राम हे सस हे करना निद हे राम। दोहरा साहिब जागन सपन लै साथ त्यारी कीन समय संज तै अनंदपुरो तुरे रोपड़ वल चीन। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ ਚਵਰ ਛਤਰ ਤਖਤ ਕੇ ਮਾਲਕ ਸਾਹਿਬ ਕਮਾਲ। ਦਸਾਂ ਪਾਤਸ਼ਾਹੀਆਂ ਦੇ ਪਾਵਨਾਤਮਕ ਸਰੂਪ ਗੁਰੂ ਗਰੀਬ ਨਿਵਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਕਮਲਾਂ ਪਾਸ ਹਾਜ਼ਰੀਆਂ ਭਰ ਰਹੀ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਰਬੱਤ ਗੁਰਸਿੱਖ ਸੰਗਤਾਂ ਨਿਤਾਂ ਪ੍ਰਤ ਹਾਜ਼ਰੀਆਂ ਭਰ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰਕੇ ਲਾਹੇ ਦੀ ਪ੍ਰਾਪਤੀ ਕਰ ਰਹੇ ਹੋ। ਕੱਲ ਦੇ ਪ੍ਰਕਰਣਾਂ ਵਿੱਚ ਆਪ ਨੇ ਸਰਵਣ ਕੀਤਾ ਸੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤੇਜ ਪ੍ਰਤਾਪ ਵੱਧਦਾ ਵੇਖਿਆ। ਪਰਬਤੀ ਰਾਜੇ ਦਿੱਲੀ ਵਿਖੇ ਫਰਿਆਦੀ ਬਣੇ। ਉਹਨਾਂ ਕਈ ਵਾਰੀ ਗੁਰੂ ਸਾਹਿਬ ਉੱਤੇ ਚੜ੍ਹਾਈ ਵੀ ਕੀਤੀ, ਪਰ ਮੈਦਾਨੇ ਜੰਗ ਵਿੱਚੋਂ ਹਾਰ ਕੇ ਉਹਨਾਂ ਨੂੰ ਜਾਣਾ ਪਿਆ। ਅਖੀਰ ਔਰੰਗਜ਼ੇਬ ਬਾਦਸ਼ਾਹ ਨੇ ਫੌਜਾਂ ਚਾੜ ਦਿੱਤੀਆਂ। 4 ਚਫੇਰੇ ਤੋਂ ਫੌਜਾਂ ਆਈਆਂ। ਮਲੇਰਕੋਟਲੇ ਤੋਂ ਫੌਜ ਆਈ, ਸਰਹੰਦ ਵਜ਼ੀਰ ਖਾਨ ਦੀ ਫੌਜ, ਇੱਧਰ ਜਲੰਧਰ ਦਾ ਸੂਬਾ, ਇੱਧਰ ਪਰਬਤੀ। ਇਹਨਾਂ 4 ਚਫੇਰੇ ਤੋਂ ਘੇਰਾ ਪਾ ਲਿਆ। ਅਨੰਦਪੁਰ ਸਾਹਿਬ ਅੰਦਰ ਕਈ ਮਹੀਨੇ ਲੰਘ ਗਏ। ਅੰਨ ਦੀ ਭੋਜਨ ਦੀ ਥੋੜ ਹੋ ਗਈ। ਮਸੰਦਾ ਨੇ ਕੁਝ ਲੋਕਾਂ ਨੇ ਮਾਤਾ ਗੁਜਰੀ ਨੂੰ ਜਾ ਕੇ ਬੇਨਤੀ ਕੀਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਮਾਤਾ ਜੀ ਆਏ। ਉਹਨਾਂ ਕਿਹਾ, ਮਹਾਰਾਜ ਕਿਲ੍ਹਾ ਛੱਡ ਜਾਓ, ਸਾਰੇ ਜਾਣਾ ਚਾਹੁੰਦੇ ਨੇ। ਸਤਿਗੁਰੂ ਕਹਿੰਦੇ ਜਿਹੜਾ ਨੱਠੇਗਾ ਉਹ ਬਚੇਗਾ ਨਹੀਂ। ਇਦੋਂ ਪਰਬਤੀਆਂ ਨੇ ਸਹੁੰ ਖਾਧੀ ਠਾਕੁਰਾਂ ਦੀ। ਔਰੰਗਜ਼ੇਬ ਨੇ ਮੌਲਵੀ ਭੇਜਿਆ ਕੁਰਾਨ ਦੇ ਕੇ ਉਹਨਾਂ ਸਹੁੰ ਖਾਧੀ। ਪਰ ਸਾਹਿਬ ਜਾਣਦੇ ਸਨ ਕਿ ਲੋਕ ਭਰੋਸੇਯੋਗ ਨਹੀਂ। ਮਾਤਾ ਜੀ ਨੂੰ ਹਜ਼ੂਰ ਨੇ ਬਾਰ-ਬਾਰ ਆਖਿਆ, ਮਾਤਾ ਜੀ ਇਹ ਭਰੋਸੇਯੋਗ ਨਹੀਂ ਹਨ। ਜਦੋਂ ਮਾਤਾ ਜੀ ਦਾ ਵਿਸ਼ਵਾਸ ਨਾ ਬੱਝਾ, ਗੁਰੂ ਸਾਹਿਬ ਨੇ ਕੌਤਕ ਵਿਖਾਇਆ। ਉਹਨਾਂ ਕੋਲੋਂ ਗੱਡੇ ਮੰਗਵਾ ਲਏ। ਉਹਨਾਂ 'ਤੇ ਕੂੜਾ ਕਰਕਟ, ਟੁੱਟੀਆਂ ਜੁੱਤੀਆਂ, ਇਸ ਤਰ੍ਹਾਂ ਦਾ ਜਿੰਨਾ ਸਮਾਨ ਸੀ ਉਹ ਲਦਾ ਕੇ ਤੇ ਉੱਪਰ ਰੇਸ਼ਮੀ ਦੁਸ਼ਾਲੇ ਪਾ ਦਿੱਤੇ। ਆਪ ਅਨੰਦਪੁਰ ਸਾਹਿਬ ਦੇ ਕਿਲ੍ਹੇ 'ਤੇ ਚੜ੍ਹ ਕੇ ਸਿੰਘਾਂ ਨੂੰ ਕੌਤਕ ਵਿਖਾਉਣ ਲੱਗੇ। ਇੱਧਰ ਜਦੋਂ ਪਰਬਤੀ ਤੇ ਤੁਰਕਾਂ ਦੇ ਕੰਨ ਵਿੱਚ ਆਵਾਜ਼ ਪਈ ਗੁਰੂ ਦਾ ਖਜ਼ਾਨਾ ਜਾ ਰਿਹਾ ਹੈ, ਟੁੱਟ ਕੇ ਪੈ ਗਏ। ਸਾਰਾ ਖਜ਼ਾਨਾ ਉਹਨਾਂ ਲੁੱਟ ਲਿਆ। ਸ਼ਰਮਿੰਦੇ ਹੋਏ ਬਾਅਦ ਵਿੱਚ, ਕਿਉਂਕਿ ਕੂੜਾ ਕਰਕਟ ਸੀ। ਹਜ਼ੂਰ ਕਹਿਣ ਲੱਗੇ, ਮਾਤਾ ਜੀ ਆ ਵੇਖੋ ਇਹ ਲੋਕ ਭਰੋਸੇਯੋਗ ਨਹੀਂ ਹਨ। ਪਰ ਮਾਤਾ ਜੀ ਨੇ ਤੈਅ ਕਰ ਲਿਆ, ਲਾਲ ਜੀ ਜੇ ਤੁਸੀਂ ਨਹੀਂ ਜਾਓਗੇ ਤੇ ਪ੍ਰਭਾਤ ਹੁੰਦਿਆਂ ਅਸੀਂ ਸਵੇਰੇ ਚਲੇ ਜਾਵਾਂਗੇ। ਸਤਿਗੁਰੂ ਮਹਾਰਾਜ ਨੇ ਵੇਖਿਆ ਵੀ ਇਹ ਜਾਣਾ ਚਾਹੁੰਦੇ ਨੇ। ਹਜ਼ੂਰ ਨੇ ਉੱਥੇ ਬਚਨ ਆਖਿਆ ਉਹਨਾਂ ਸਿੱਖਾਂ ਨੂੰ, ਜਿਹੜਾ ਜਾਣਾ ਚਾਹੁੰਦਾ ਬਦਾਵਾ ਲੈ ਕੇ ਜਾਵੇ। ਤੁਸੀਂ ਸਾਡੇ ਗੁਰੂ ਨਹੀਂ, ਅਸਾਂ ਤੁਹਾਡੇ ਸਿੱਖ ਨਹੀਂ। ਬਹੁਤਿਆਂ ਨੇ ਬਦਾਵਾ ਲਿਖਿਆ। ਸਤਿਗੁਰੂ ਸਿੰਘਾਂ ਨੂੰ ਕਹਿਣ ਲੱਗੇ, ਭਾਈ ਤੁਸੀਂ? ਕਹਿੰਦੇ ਨਹੀਂ ਮਹਾਰਾਜ, ਇੱਕ ਕੀ 100 ਸੀਸ ਤੁਹਾਡੇ ਤੋਂ ਭੇਟ ਕਰ ਦਿਆਂਗੇ। ਅਸੀਂ ਤੁਹਾਡੇ ਤੋਂ ਬੇਮੁਖ ਨਹੀਂ ਹੋ ਸਕਦੇ।
ਜਿੰਨੀ ਦੇਰ ਤੱਕ ਸਰੀਰ ਵਿੱਚ ਸਵਾਸ ਨੇ ਸਾਡੇ, ਅਸੀਂ ਮੈਦਾਨੇ ਜੰਗ ਵਿੱਚ ਜੂਝਾਂਗੇ। ਆਓ ਅਗਲੇ ਪ੍ਰਕਰਨ ਨੂੰ ਪ੍ਰੇਮ ਨਾਲ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਗੁਰ ਸਿੱਖ ਸੰਗਤਾਂ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਹਿਬ ਜਾਗਨ ਸਭਨ ਲੈ ਸਾਥ ਤਿਆਰੀ ਕੀਨ। ਸਰਬੱਤ ਸਿੱਖ ਜਿਤਨੇ ਵੀ ਜਿਨ੍ਹਾਂ ਨੇ ਵਧਾਵਾ ਲਿਖਿਆ, ਮਾਤਾ ਗੁਜਰੀ ਜੀ, ਗੁਰੂ ਕੇ ਮਹਿਲ, ਸਭਨਾਂ ਨੇ ਤਿਆਰੀ ਕਰ ਲਈ। ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਲੈ ਕੇ ਤਿਆਰੀ ਕਰਕੇ ਇਸ ਪ੍ਰਕਾਰ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਤੋਂ ਬਾਹਰ ਜਾਣ ਵਾਸਤੇ ਮਾਤਾ ਜੀ ਤਿਆਰ ਹੋਏ ਹਨ। ਸਮੇਂ ਸੰਝ ਤੈ ਅਨੰਦਪੁਰੋਂ ਤੁਰੇ ਰੋਪੜ ਵੱਲ ਚੀਨ। ਸੋ ਇਸ ਪ੍ਰਕਾਰ ਸਾਂਝ ਦਾ ਸਮਾਂ ਹੈ। ਤਿਆਰੀ ਕਰਕੇ ਤਿਆਰ ਬਰ ਤਿਆਰ ਹੋ ਕਰਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਪਏ ਤੇ ਉਹਨਾਂ ਨੇ ਵੇਖ ਲਿਆ ਵੀ ਰੋਪੜ ਨੂੰ ਚਲੇ ਜਾਂਦੇ ਆ ਸਾਰੇ ਜਾਣੇ, ਤੇ ਇਸ ਤਰ੍ਹਾਂ ਰੋਪੜ ਨੂੰ ਚਾਲਾ ਪਾ ਦਿੱਤਾ ਹੈ। ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੂੰ ਜਦੋਂ ਪਤਾ ਲੱਗਾ, ਉਹਨਾਂ ਨੇ ਉਸੇ ਵਕਤ ਸਿੰਘਾਂ ਨੂੰ ਹੁਕਮ ਕੀਤਾ, ਭਾਈ ਜਿਹੜੇ ਸਿੱਖ ਇੱਥੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਜਾ ਰਹੇ ਨੇ, ਤੁਸੀਂ ਉਹਨਾਂ ਦੇ ਪਿੱਛੇ ਜਾ ਕੇ ਉਹਨਾਂ ਦੀ ਰਖਵਾਲੀ ਕਰਨੀ, ਉਹਨਾਂ ਦਾ ਧਿਆਨ ਰੱਖਣਾ ਹੈ। ਇਸ ਤਰ੍ਹਾਂ ਕੁਝ ਕੁ ਸਿੱਖ ਉਹਨਾਂ ਦੇ ਪਿੱਛੇ ਲਾ ਦਿੱਤੇ ਹਨ। ਜਿਹੜੇ ਸਤਿਗੁਰੂ ਜੀ ਦੇ ਪ੍ਰਸਿੱਧ ਤੇ ਪ੍ਰੇਮ ਕਰਨ ਵਾਲੇ ਚੋਟੀ ਦੇ ਤਿਆਰ ਬਰ ਤਿਆਰ ਸਿੰਘ ਸਨ, ਉਹਨਾਂ ਸਿੰਘਾਂ ਨੂੰ ਸਤਿਗੁਰੂ ਜੀ ਨੇ ਉਹਨਾਂ ਸਿੱਖਾਂ ਦੇ ਪਿੱਛੇ ਭੇਜਿਆ ਹੈ। ਵੇਖੋ, ਭਾਵੇਂ ਉਹ ਵਧਾਵਾ ਲਿਖ ਕੇ ਦੇ ਕੇ ਗਏ ਮਹਾਰਾਜ ਨੂੰ, ਉਸ ਦੇ ਬਾਵਜੂਦ ਵੀ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਆਪਣੇ ਸਿੰਘ ਉਹਨਾਂ ਦੇ ਪਿੱਛੇ ਰਖਵਾਲੀ ਵਾਸਤੇ ਭੇਜੇ ਹਨ। ਇਸ ਪ੍ਰਕਾਰ ਕੁਝ ਕੁ ਸਿੰਘਾਂ ਨੂੰ ਉਹਨਾਂ ਦੇ ਮੂਹਰੇ ਕਰ ਦਿੱਤਾ, ਕੁਝ ਪਿੱਛੇ ਸਨ, ਕੁਝ ਮੂਹਰੇ ਸਨ, ਤਾਂ ਕਿ ਵੈਰੀ ਹਮਲਾ ਨਾ ਕਰ ਸਕਣ। ਕੁਝ ਕੁ ਸਿੱਖਾਂ ਨੂੰ ਸੱਜੇ ਪਾਸੇ ਤੇ ਕੁਝ ਕੁ ਸਿੰਘਾਂ ਨੂੰ ਖੱਬੇ ਪਾਸੇ ਕਰ ਦਿੱਤਾ ਹੈ। ਜਿਹੜਾ ਸਤਿਗੁਰੂ ਜੀ ਦਾ ਕਬੀਲਾ ਸੀ, ਭਾਵ ਪਰਿਵਾਰ ਸੀਗਾ, ਉਹ ਸਾਰੀਆਂ ਫੌਜਾਂ ਦੇ ਵਿਚਕਾਰ ਛਪਾ ਦਿੱਤਾ। ਹੋਰ ਜਿਹੜੀਆਂ ਬੀਬੀਆਂ ਸਨ ਕਿਲ੍ਹੇ ਅੰਦਰ, ਉਹਨਾਂ ਦੇ ਜਿਹੜੇ ਪਰਿਵਾਰ ਸਨ, ਬੱਚੇ ਸਨ, ਉਹਨਾਂ ਸਾਰੇ ਜਾਣਿਆਂ ਨੂੰ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਿੰਘਾਂ ਦੇ ਵਿੱਚ ਛਪਾ ਦਿੱਤਾ ਹੈ, ਤਾਂ ਕਿ ਪਹਾੜੀ ਤੇ ਤੁਰਕ ਉਹਨਾਂ ਤੇ ਹਮਲਾ ਨਾ ਕਰ ਸਕਣ। ਇਸ ਤਰ੍ਹਾਂ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਉਹਨਾਂ ਦੀ ਸਹਾਇਤਾ ਕਰਨ ਦਾ ਉਦਮ ਕੀਤਾ ਹੈ। ਰਾਤ ਦਾ ਸਮਾਂ ਹੋ ਗਿਆ ਸੀ, ਕਿਉਂਕਿ ਸ਼ਾਮ ਵੇਲੇ ਸਾਂਝ ਵੇਲੇ ਇੱਥੋਂ ਨਿਕਲੇ ਸਨ, ਤੇ ਜਦੋਂ ਪਰਬਤੀਆਂ ਨੂੰ ਪਤਾ ਲੱਗਿਆ, ਵੈਸੇ ਤਾਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚੋਂ ਨਿਕਲ ਕੇ ਕਾਫੀ ਦੂਰ ਤੱਕ ਸੰਗਤਾਂ ਤੁਰ ਗਈਆਂ ਸਨ, ਤੇ ਜਦੋਂ ਪਰਬਤੀਆਂ ਪਹਾੜੀਆਂ ਨੂੰ ਪਤਾ ਲੱਗਿਆ ਵੀ ਗੁਰੂ ਦੇ ਸਿੱਖ ਇੱਥੋਂ ਨਿਕਲ ਗਏ ਨੇ, ਉਹਨਾਂ ਨੇ ਉਸੇ ਵਕਤ ਹੀ ਆਪਣੀਆਂ ਫੌਜਾਂ ਨਾਲ ਲੈ ਕੇ ਤੇ ਸਿੱਖਾਂ ਤੇ ਹਮਲਾ ਕਰ ਦਿੱਤਾ ਹੈ। ਸਤਿਗੁਰੂ ਮਹਾਰਾਜ ਜੀ ਦੇ ਪ੍ਰੇਮ ਵਾਲੇ ਤਿਆਰ ਬਰ ਤਿਆਰ ਸਿੰਘਾਂ ਨੇ ਜਦੋਂ ਵੇਖਿਆ ਪਰਬਤੀ ਚੜ੍ਹ ਕੇ ਆ ਗਏ, ਉਹ ਤਾਂ ਪਹਿਲਾਂ ਜਾਣਦੇ ਸਨ ਵੀ ਇਹ ਭਰੋਸੇਯੋਗ ਨਹੀਂ ਹਨ। ਗੁਰੂ ਸਾਹਿਬ ਜੀ ਨੂੰ ਪਹਿਲਾਂ ਹੀ ਪਤਾ ਸੀ, ਤਾਂ ਹੀ ਤਾਂ ਵਾਰ-ਵਾਰ ਸਿੱਖਾਂ ਨੂੰ ਕਹਿੰਦੇ ਸਨ, ਜਿਹੜਾ ਨੱਠੇਗਾ ਉਹ ਬਚੇਗਾ ਨਹੀਂ, ਇਹਨਾਂ ਤੇ ਭਰੋਸਾ ਨਾ ਕਰੋ, ਭਾਵੇਂ ਇਹ ਸਹੁੰ ਖਾ ਰਹੇ ਨੇ। ਤੇ ਸਾਧ ਸੰਗਤ ਜੀ, ਸਿੰਘਾਂ ਨੇ ਜਾਣ ਲਿਆ ਕਿ ਪਰਬਤੀ ਚੜ੍ਹ ਕੇ ਆ ਗਏ, ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਪਹਾੜੀਆਂ ਨੂੰ ਮਾਰ ਕੇ ਪਿਛਾਂ ਨੂੰ ਭਜਾ ਦਿੱਤਾ ਹੈ। ਇਸ ਤਰ੍ਹਾਂ ਇੱਥੋਂ ਚੱਲਦਿਆਂ ਜੰਗ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਦਾ ਪਰਿਵਾਰ, ਸਤਿਗੁਰੂ ਜੀ ਤੇ ਸਿੰਘ ਸਰਸਾ ਦੇ ਕੰਢੇ ਤੇ ਪਹੁੰਚੇ ਹਨ। ਹੁਣ ਦੋਨੇ ਪਾਸਿਓਂ ਭੀੜ ਪੈ ਗਈ। ਇੱਧਰੋਂ ਪਹਾੜੀ ਤੇ ਤੁਰਕ ਚੜ੍ਹ ਕੇ ਆ ਗਏ, ਹਮਲਾ ਕਰਦਿਆਂ ਹੋਇਆਂ ਪਿੱਛੋਂ ਉਹ ਵੀ ਪੈੜ ਨੱਪਦੇ ਆ ਰਹੇ ਸੀ। ਤੇ ਅੱਗੇ ਕਹਿੰਦੇ ਰਾਤ ਦਾ ਸਮਾਂ ਤੇ ਸਰਸਾ ਦਾ ਪਾਣੀ ਚੜ੍ਹ ਗਿਆ, ਠਾਠਾਂ ਮਾਰਦਾ ਹੋਇਆ ਪਾਣੀ ਸੀ, ਦੋਨੇ ਪਾਸੇ ਭੀੜ ਪੈ ਗਈ ਹੈ। ਚੜੀ ਹੋਈ ਸਰਸਾ ਵੇਖ ਕੇ ਲੋਕਾਂ ਦਾ ਧੀਰਜ ਟੁੱਟ ਗਿਆ ਵੀ ਹੁਣ ਤਾਂ ਬਲਾ ਗਲ ਪੈ ਗਈ।
ਇਥੋਂ ਨਦੀ ਵੀ ਪਾਰ ਨਹੀਂ ਕਰ ਸਕਦੇ ਤੇ ਪਿਛਾਂ ਵੀ ਨਹੀਂ ਮੁੜ ਸਕਦੇ। ਭਇਓ ਕਉ ਕਿਤ ਕਿਤੈ ਬਹੀਰ। ਇਸ ਪ੍ਰਕਾਰ ਸਰਸਾ ਦੇ ਕੰਢੇ ਦੇ ਉੱਤੇ ਕੋਈ ਕਿੱਧਰ ਨੂੰ ਕੋਈ ਕਿੱਧਰ ਨੂੰ ਕੋਈ ਕਿੱਧਰ ਨੂੰ ਚਲਾ ਗਿਆ। ਗੁਰੂ ਸਾਹਿਬ ਦਾ ਵਹੀਰ ਕਿਸੇ ਹੋਰ ਪਾਸੇ, ਮਾਤਾ ਜੀ ਸਾਹਿਬਜ਼ਾਦੇ ਕਿਸੇ ਹੋਰ ਪਾਸੇ, ਸਤਿਗੁਰੂ ਸਿੰਘਾਂ ਦੇ ਨਾਲ ਕਿਸੇ ਹੋਰ ਪਾਸੇ ਨੂੰ ਚਲੇ ਗਏ, ਕਿਉਂਕਿ ਰਾਤ ਦਾ ਸਮਾਂ ਸੀਗਾ ਤੇ ਪੋਹ ਦਾ ਮਹੀਨਾ ਤੇ ਬੜੀ ਠੰਡ ਪੈਂਦੀ ਸੀ ਤੇ ਇੱਧਰ ਸਰਸਾ ਵੀ ਠਾਠਾਂ ਮਾਰਦੀ ਹੈ। ਮੁੜ ਪਾਛੈ ਗਇਓ। ਤੇ ਕੁਝ ਸਿੱਖਾਂ ਨੇ ਸੋਚਿਆ ਵੀ ਇਸ ਤਰ੍ਹਾਂ ਕਰਦੇ ਆ ਵੀ ਪਿਛਾਂ ਮੁੜ ਜਾਂਦੇ ਆ। ਜਿਹੜੇ ਸਿੱਖ ਉਤੋਂ ਪਿਛਾਂ ਨੂੰ ਮੁੜ ਗਏ ਹਨ ਉਹ ਪਹਾੜੀਆਂ ਦੇ ਹੱਥ ਆ ਗਏ ਤੇ ਪਹਾੜੀਆਂ ਨੇ ਉਹਨਾਂ ਸਿੱਖਾਂ ਨੂੰ ਲੁੱਟ ਲਿਆ ਹੈ। ਇੱਥੇ ਸਰਸਾ ਦੇ ਕੰਢੇ ਤੇ ਬੜਾ ਗਹਿ ਗੱਚ ਦਾ ਜੰਗ ਹੋਇਆ ਰਾਤ ਦੇ ਸਮੇਂ ਤੇ ਸਾਧ ਸੰਗਤ ਸਾਰੀ ਰਾਤ ਜੰਗ ਹੁੰਦਾ ਰਿਹਾ। ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੇ ਇੱਥੇ ਜੰਗ ਕੀਤਾ, ਕਿਉਂਕਿ ਸਿੱਖਾਂ ਨੇ ਦਰਿਆ ਪਾਰ ਕਰਨਾ ਸੀ ਤੇ ਉਹਨਾਂ ਨੇ ਸੋਚਿਆ ਵੀ ਆਪਾਂ ਤੁਰਕਾਂ ਦੀ ਫੌਜ ਨੂੰ ਕੁਝ ਕੁ ਸਮਾਂ ਰੋਕ ਕੇ ਰੱਖੀਏ। ਬਾਬਾ ਅਜੀਤ ਸਿੰਘ ਜੀ ਆਪਣਾ ਜਥਾ ਲੈ ਕੇ ਗਏ। ਉਹਨਾਂ ਨੇ ਪਰਬਤੀ ਤੇ ਤੁਰਕਾਂ ਦੇ ਨਾਲ ਉੱਥੇ ਬੜਾ ਭਿਅੰਕਰ ਜੰਗ ਕੀਤਾ। ਬਾਬਾ ਜੀਵਨ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਭਾਈ ਜੈਤਾ ਸਿੰਘ ਕਹਿੰਦੇ ਆ, ਤੇ ਸਾਧ ਸੰਗਤ ਜੀ ਭਾਈ ਜੈਤਾ ਜੀ ਔਰ ਭਾਈ ਜੀਵਨ ਸਿੰਘ ਜੀ, ਉਹਨਾਂ ਨੂੰ ਪਤਾ ਲੱਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਉਹ ਗਏ। ਉਹਨਾਂ ਨੇ ਮੈਦਾਨੇ ਜੰਗ ਵਿੱਚ ਜਾ ਕੇ ਜੂਝਣਾ ਕੀਤਾ ਤੇ ਬਾਬਾ ਅਜੀਤ ਸਿੰਘ ਜੀ ਨੂੰ ਭੇਜ ਦਿੱਤਾ ਕਿ ਸਤਿਗੁਰਾਂ ਦੇ ਨਾਲ ਤੁਸੀਂ ਜਾਓ ਤੇ ਅਸੀਂ ਇੱਥੇ ਜੰਗ ਕਰਾਂਗੇ। ਸੋ ਇਸ ਪ੍ਰਕਾਰ ਬਾਬਾ ਜੀਵਨ ਸਿੰਘ ਜੀ ਨੇ ਸਰਸਾ ਦੇ ਕੰਢੇ ਉੱਪਰ ਜੰਗ ਕੀਤਾ ਤੇ ਗੁਰੂ ਸਾਹਿਬ ਜੀ ਇੱਥੋਂ ਵਹੀਰ ਲੈ ਕੇ ਪਰਿਵਾਰ ਲੈ ਕੇ ਜਦੋਂ ਸਰਸਾ ਨੂੰ ਪਾਰ ਕਰਨ ਲੱਗੇ ਹਨ ਤੇ ਉੱਥੇ ਠਾਠਾਂ ਮਾਰਦਾ ਹੋਇਆ ਜਿਹੜਾ ਪਾਣੀ ਸੀਗਾ ਉਹਨੇ ਕਿਸੇ ਦੇ ਪੈਰ ਨਹੀਂ ਲੱਗਣ ਦਿੱਤੇ। ਜਿਹੜਾ ਵੀ ਦਰਿਆ ਵਿੱਚ ਪ੍ਰਵੇਸ਼ ਹੋ ਗਿਆ ਉਹ ਵਿੱਚੇ ਰੁੜ ਗਿਆ। ਬੜਾ ਨੁਕਸਾਨ ਹੋਇਆ ਸਿੱਖ ਕੌਮ ਦਾ। ਗੁਰਮੁਖੋ, ਆਪਾਂ ਸਰਸਾ ਕਹਿੰਦੇ ਆ ਤੇ ਉਸ ਵਕਤ ਸਿੰਘ ਇਹਨੂੰ ਗੁਰੂ ਮਾਰੀ ਨਦੀ ਕਹਿੰਦੇ ਸਨ। ਨਾ ਹੀ ਪਾ ਦਿੱਤਾ ਸੀ ਸਰਸਾ ਗੁਰੂ ਮਾਰੀ। ਇੱਥੇ ਗ੍ਰੰਥ ਰੁੜ ਗਏ। ਗੁਰੂ ਸਾਹਿਬ ਜੀ ਨੇ ਬਹੁਤ ਸਾਰੇ ਗ੍ਰੰਥਾਂ ਦਾ ਉਲੱਥਾ ਕਰਾਇਆ ਸੀ। ਹਿੰਦੁਸਤਾਨ ਦਾ ਜਿੰਨਾ ਲਿਟਰੇਚਰ ਸੀ ਉਹਦਾ ਉਲੱਥਾ 10ਵੇਂ ਪਾਤਸ਼ਾਹ ਨੇ ਕਰਾਇਆ। 52 ਕਵੀ ਮਹਾਰਾਜ ਦੇ ਨਾਲ ਰਹਿੰਦੇ ਸਨ। ਬੜਾ ਵੱਡਾ ਖਜ਼ਾਨਾ ਸੀ। ਸ਼ਸਤਰ ਸਨ, ਗ੍ਰੰਥ ਸਨ, ਹੋਰ ਇਸ ਤੋਂ ਇਲਾਵਾ ਕੁਝ ਕੁ ਪਦਾਰਥ ਸਨ 10ਵੇਂ ਪਾਤਸ਼ਾਹ ਦੇ ਪਾਸ। ਤੇ ਜਿਹੜੀ ਮਾਇਆ ਸੀ, ਸੋਨਾ ਸੀ, ਚਾਂਦੀ ਸੀ, ਹੀਰੇ ਸਨ, ਜਵਰਾਤ ਸਨ, ਉਹ ਤਾਂ ਪਹਿਲਾਂ ਹੀ ਗੁਰੂ ਸਾਹਿਬ ਜੀ ਨੇ ਇੱਥੇ ਸਾਧ ਸੰਗਤ ਨਦੀ ਦੇ ਵਿੱਚ ਧਰਤੀ ਪਟਾ ਕੇ ਉੱਥੇ ਦਫਨਾ ਦਿੱਤੇ। ਤੇ ਜਿਹੜਾ ਬਸਤਰ ਆਦਿਕ ਸਨ, ਇਹ ਪਦਾਰਥ ਸਨ, ਉਹਨਾਂ ਨੂੰ ਅੱਗ ਲਵਾ ਦਿੱਤੀ ਸੀ ਮਹਾਰਾਜ ਨੇ ਇੱਥੇ ਜਾਣ ਤੋਂ ਪਹਿਲਾਂ। ਮਾਤਾ ਗੁਜਰੀ ਜੀ ਨੇ ਆਖਿਆ ਸੀ ਸਤਿਗੁਰ ਜੀ ਸਿੰਘਾਂ ਨੂੰ ਦੇ ਦਿਓ ਵੀ ਇੰਨਾ ਖਜ਼ਾਨਾ ਤੁਸੀਂ ਧਰਤੀ 'ਚ ਦਫਨਾ ਦਿੱਤਾ, ਕੱਪੜਿਆਂ ਨੂੰ ਅੱਗ ਲਵਾ ਦਿੱਤੀ। ਤੇ ਸਤਿਗੁਰ ਜੀ ਕਹਿਣ ਲੱਗੇ ਮਾਤਾ ਜੀ ਸਾਨੂੰ ਜ਼ਹਿਰ ਦਾ ਪਿਆਲਾ ਦੇ ਦਿਓ। ਮਾਤਾ ਜੀ ਕਹਿਣ ਲੱਗੇ ਸਤਿਗੁਰੂ ਤੁਸੀਂ ਇੱਦਾਂ ਦੇ ਬਚਨ ਕਿਉਂ ਕਰਦੇ ਹੋ? ਕਹਿੰਦੇ ਤੁਸੀਂ ਸਾਡੇ ਮਾਤਾ ਜੀ ਅਸੀਂ ਤੁਹਾਡੇ ਪੁੱਤਰ ਹਾਂ, ਜੇ ਤੁਸੀਂ ਸਾਨੂੰ ਜ਼ਹਿਰ ਦਾ ਪਿਆਲਾ ਨਹੀਂ ਦੇ ਸਕਦੇ, ਇਹ ਪੂਜਾ ਦਾ ਧਾਨ ਹੈ, ਮੈਂ ਆਪਣੇ ਖਾਲਸੇ ਨੂੰ ਇਹ ਜ਼ਹਿਰ ਕਿਵੇਂ ਦੇਵਾਂ? ਇਸ ਕਰਕੇ ਸਮਾਂ ਆਏਗਾ ਇਹਨੂੰ ਪ੍ਰਗਟ ਕਰਾਂਗੇ। ਇਹ ਵੀ ਬਚਨ ਹੋਇਆ ਮਹਾਰਾਜ 10ਵੇਂ ਪਾਤਸ਼ਾਹ ਦਾ। ਸੋ ਇਸ ਪ੍ਰਕਾਰ ਗੁਰੂ ਸਾਹਿਬ ਦੇ ਕੋਲ ਜਿਹੜਾ ਵੱਡਾ ਖਜ਼ਾਨਾ ਸੀ ਉਹ ਗ੍ਰੰਥਾਂ ਦਾ ਸੀ, ਸ਼ਸਤਰ ਸਨ, ਉਹ ਸਰਸਾ ਦੀ ਭੇਟ ਹੋ ਗਿਆ, ਗੁਰੂ ਮਾਰੀ ਸਰਸਾ। ਤੇ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਜਦੋਂ ਇੱਥੋਂ ਨਿਕਲੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਜਿਹੜੇ ਸਿੱਖ ਸਨ ਉਹ ਪਾਣੀ ਦੇ ਵਿੱਚ ਕਈ ਸਿੱਖ ਰੁੜ ਗਏ ਹਨ। ਸਤਿਗੁਰੂ ਮਹਾਰਾਜ ਜੀ ਜਦੋਂ ਸਰਸਾ ਨੂੰ ਪਾਰ ਕਰ ਗਏ, ਉੱਥੇ ਇੱਕ ਬੜੀ ਗਜ਼ਬ ਦੀ ਖੇਡ ਵਰਤੀ। ਅੰਮ੍ਰਿਤ ਵੇਲਾ ਹੋ ਗਿਆ ਸੀ। ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ ਸਿੰਘੋ ਅੰਮ੍ਰਿਤ ਵੇਲਾ ਹੋ ਗਿਆ, ਆਸਾ ਕੀ ਵਾਰ ਦਾ ਸਮਾਂ, ਕੀਰਤਨ ਕਰੋ ਬਾਣੀ ਦਾ। ਇੱਕ ਪਾਸੇ ਜੰਗ ਹੋ ਰਿਹਾ ਤੇ ਦੂਜੇ ਪਾਸੇ ਸਰਸਾ ਤੇ ਗੁਰਬਾਣੀ ਦਾ ਕੀਰਤਨ ਹੋ ਰਿਹਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦੀਵਾਨ ਸਜਾਇਆ, ਬਾਣੀ ਦਾ ਕੀਰਤਨ ਕੀਤਾ, ਦੀਵਾਨ ਦੀ ਸਮਾਪਤੀ ਹੋਈ, ਭੋਗ ਪਿਆ ਤੇ ਦਿਨ ਚੜ੍ਹ ਗਿਆ ਸੀਗਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੰਘਾਂ ਨੂੰ ਹੁਕਮ ਕੀਤਾ ਵੀ ਚਲੋ ਭਾਈ ਹੁਣ ਇਸ ਤੋਂ ਆਪਾਂ ਅੱਗੇ ਚੱਲਦੇ ਹਾਂ।
ਤੇ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਕਿ ਜਦੋਂ ਦਿਨ ਚੜ੍ਹ ਗਿਆ ਸੀ ਨਾ, ਸਰਸਾ ਦਾ ਪਾਣੀ ਵੀ ਉਤਰ ਗਿਆ ਸੀ। ਕਿੱਡੀ ਗਜ਼ਬ ਦੀ ਖੇਡ ਹੈ। ਰਾਤ ਵੇਲੇ ਜਦੋਂ ਸਤਿਗੁਰੂ ਜੀ ਤੇ ਉਹਨਾਂ ਦਾ ਪਰਿਵਾਰ ਲੰਘਣਾ ਚਾਹੁੰਦੇ ਤੇ ਸਰਸਾ ਚੜ੍ਹ ਗਈ, ਤੇ ਸਵੇਰ ਹੋਈ ਤੇ ਸਰਸਾ ਵੀ ਉਤਰ ਗਈ ਹੈ। ਕੋ ਆਗੇ ਕੋ ਪਾਛੈ ਵੜਿਓ, ਧਰਿਓ ਨਾ ਕਿਨਹੂ ਧੀਰ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਕੋਈ ਅੱਗੇ ਨਿਕਲ ਗਿਆ, ਕੋਈ ਉਹਦੇ ਪਿੱਛੇ ਤੁਰ ਪਿਆ ਸਰਸਾ ਦੇ ਵਿੱਚ, ਵੀ ਅਸੀਂ ਇਹਨੂੰ ਫਟਾਫਟ ਨਦੀ ਨੂੰ ਪਾਰ ਕਰ ਲਈਏ, ਕਿਸੇ ਨੇ ਧੀਰਜ ਨਹੀਂ ਧਾਰਨ ਕੀਤਾ। ਸਾਹਿਬ ਜਾਦੇ ਵੱਡ ਤੋ ਰਹੇ, ਸੋ ਸਤਿਗੁਰ ਸਾਥ। ਸਤਿਗੁਰੂ ਕਲਗੀਧਰ ਜੀ ਦੇ ਨਾਲ ਵੱਡੇ ਦੋ ਸਾਹਿਬਜ਼ਾਦੇ ਰਹਿ ਗਏ, ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ। ਤੇ ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਦੇ ਨਾਲ ਕੁਝ ਕੁ ਸਿੱਖ ਸਨ ਜਿਹੜੇ ਹਜ਼ੂਰ ਦੇ ਜਥੇ ਵਿੱਚ ਰਹਿ ਗਏ ਹਨ। ਜਿਹੜੇ ਛੋਟੇ ਸਾਹਿਬਜ਼ਾਦੇ ਸਨ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ, ਉਹ ਵੱਡੇ ਮਾਤਾ ਜੀ ਭਾਵ ਮਾਤਾ ਗੁਜਰੀ ਜੀ ਦੇ ਨਾਲ ਰਹਿ ਗਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੋਂ ਰੋਪੜ ਨੂੰ ਚਲੇ ਗਏ, ਕਿਉਂਕਿ ਪਰਿਵਾਰ ਖੇਰੂ ਹੋ ਗਿਆ, ਰਾਤ ਦਾ ਸਮਾਂ ਸੀ, ਪਤਾ ਨਹੀਂ ਲੱਗਿਆ। ਤੇ ਮਾਤਾ ਗੁਜਰੀ ਜੀ ਜੰਗਲ ਦੇ ਰਸਤੇ ਨੂੰ ਨਿਕਲ ਗਏ, ਜਦੋਂ ਗੰਗੂ ਦੀ ਖੇੜੀ ਨੂੰ ਗਏ ਨੇ। ਤੇ ਇੱਧਰ ਭਾਈ ਮਨੀ ਸਿੰਘ ਜੀ, ਗੁਰੂ ਸਾਹਿਬ ਜੀ ਦੇ ਜਿਹੜੇ ਮਹਿਲ ਸਨ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਤੇ ਭਾਈ ਮਨੀ ਸਿੰਘ ਜੀ, ਉਹਨਾਂ ਨੂੰ ਆਪਣੇ ਨਾਲ ਲੈ ਕੇ ਤੇ ਦਿੱਲੀ ਚਲੇ ਗਏ। ਉਹਨਾਂ ਨੇ ਦਿੱਲੀ ਹੀ ਜਾਣਾ ਸੀਗਾ, ਕਿਉਂਕਿ ਦਿੱਲੀ ਦੀਆਂ ਸੰਗਤਾਂ ਮਾਤਾ ਜੀ ਨੂੰ ਆਪਣੇ ਨਾਲ ਉੱਥੇ ਲੈ ਕੇ ਗਈਆਂ, ਤੇ ਉਹਨਾਂ ਨਾਲ ਭਾਈ ਮਨੀ ਸਿੰਘ ਜੀ ਚਲੇ ਗਏ। ਇਸ ਤਰ੍ਹਾਂ ਪਰਿਵਾਰ ਦੇ 3 ਹਿੱਸੇ ਹੋ ਗਏ। ਸਤਿਗੁਰੂ ਰੋਪੜ ਨੂੰ ਚਲੇ ਗਏ, ਮਾਤਾ ਇੱਧਰ ਗੰਗੂ ਵੱਲ ਚਲੇ ਗਏ, ਤੇ ਸਤਿਗੁਰੂ ਜੀ ਦੇ ਮਹਿਲ ਜਿਹੜੇ ਸਨ ਉਹ ਦਿੱਲੀ ਨੂੰ ਚੱਲ ਪਏ। ਦਿੱਲੀ ਦੀਆਂ ਸੰਗਤਾਂ ਉਹਨਾਂ ਨੂੰ ਨਾਲ ਲੈ ਗਈਆਂ ਹਨ। ਵਕਤ ਭਾਰੇ ਅਤ ਸਭ ਪਰ ਆਇਓ। ਇਸ ਪ੍ਰਕਾਰ ਜਿਹੜਾ ਭਾਰੀ ਵਕਤ, ਔਖਾ ਵਕਤ ਸਾਰਿਆਂ ਦੇ ਉੱਤੇ ਆ ਪਿਆ ਹੈ। ਜਿਹਨੂੰ ਜਿੱਧਰ ਦਾ ਰਾਹ ਲੱਭਿਆ ਉਧਰ ਨੂੰ ਤੁਰ ਪਿਆ, ਕੋਈ ਕਿਸੇ ਪਾਸੇ ਤੇ ਕੋਈ ਕਿਸੇ ਪਾਸੇ ਨੂੰ ਚੱਲ ਪਿਆ ਹੈ। ਇਹੋ ਜਿਹਾ ਭਿਅੰਕਰ ਤੇ ਔਖਾ ਜਿਹੜਾ ਸਮਾਂ ਸੀ ਉੱਥੇ ਸਰਸਾ ਤੇ ਕੰਢੇ ਤੇ ਵਰਤ ਗਿਆ ਹੈ। ਗੁਰਮੁਖੋ, ਇਹ ਗੁਰੂ ਦੇ ਬਚਨ ਨਾ ਮੰਨਣ ਦਾ ਨਤੀਜਾ ਹੁੰਦਾ ਆ। ਗੁਰੂ ਸਾਹਿਬ ਤਾਂ ਕਹਿ ਰਹੇ ਸਨ ਵੀ ਜਿਹੜਾ ਨੱਠੇਗਾ ਉਹ ਬਚੇਗਾ ਨਹੀਂ, ਇਸੇ ਕਰਕੇ ਵਾਰ-ਵਾਰ ਖਾਲਸੇ ਨੂੰ ਕਹਿ ਰਹੇ ਨੇ। ਭਾਈ ਸੰਤੋਖ ਸਿੰਘ ਜੀ ਨੇ ਜਿਹੜੇ ਬਚਨ ਲਿਖੇ ਨੇ, ਜਦੋਂ ਸਿੰਘ ਕਹਿੰਦੇ ਸਨ ਨਾ ਜਾਣ ਨੂੰ, ਹਜ਼ੂਰ ਜੀ ਕਹਿੰਦੇ ਸਿੰਘੋ ਕੋਈ ਗੱਲ ਨਹੀਂ ਭਾਈ, ਮਹੀਨਾ ਕੁ ਰੁਕ ਜਾਓ, 15 ਦਿਨ ਰੁਕ ਜਾਓ, 10 ਦਿਨ ਰੁਕ ਜਾਓ। ਕਹਿੰਦੇ ਨਹੀਂ ਮਹਾਰਾਜ ਹੁਣ ਨਹੀਂ ਰੁਕ ਹੁੰਦਾ, ਹਫ਼ਤਾ ਹੀ ਰੁਕ ਜਾਓ ਤੁਸੀਂ। ਨਹੀਂ ਮਹਾਰਾਜ ਹਫ਼ਤਾ ਨਹੀਂ, ਹੁਣ ਤਾਂ 1 ਦਿਨ ਵੀ ਨਹੀਂ ਰੁਕ ਹੁੰਦਾ। ਹਜ਼ੂਰ ਕਹਿੰਦੇ ਫਿਰ ਦੁੱਖ ਸਹੇੜਨ ਵਾਲੀ ਗੱਲ ਹੈ ਗੁਰੂ ਕੇ ਸਿੱਖੋ, ਸਾਡਾ ਬਚਨ ਮੰਨ ਲਓ ਤੁਸੀਂ। ਵਾਰ-ਵਾਰ ਸਤਿਗੁਰੂ ਕਹਿੰਦੇ ਰਹੇ ਸਿੰਘਾਂ ਨੂੰ, ਪਰ ਉਹ ਮਜਬੂਰ ਹੋ ਚੁੱਕੇ ਸਨ, ਸਿੱਖ ਲਾਚਾਰ ਹੋ ਚੁੱਕੇ ਸਨ, ਜਾਣਾ ਚਾਹੁੰਦੇ ਸਨ। ਤੇ ਸਤਿਗੁਰਾਂ ਦਾ ਬਚਨ ਨਾ ਮੰਨਣ ਕਰਕੇ ਇਹੋ ਜਿਹਾ ਭਿਅੰਕਰ ਸਮਾਂ ਸਾਰਿਆਂ ਉੱਪਰ ਹੋ ਗੁਜ਼ਰਿਆ। ਤੇ ਭਾਈ ਰਤਨ ਸਿੰਘ ਜੀ ਉਦਾਹਰਣ ਦਿੰਦੇ, ਸ੍ਰੀ ਕ੍ਰਿਸ਼ਨ ਪਰ ਜਿਮ ਥੋ ਆਇਓ। ਇਹੋ ਜਿਹਾ ਸਮਾਂ ਕਹਿੰਦੇ ਦੁਆਪਰ ਯੁੱਗ ਦੇ ਵਿੱਚ ਸ੍ਰੀ ਕ੍ਰਿਸ਼ਨ ਉੱਪਰ ਵੀ ਆਇਆ ਹੈ। ਹੁਣ ਉਹ ਸਮਾਂ ਕੈਸਾ ਸੀ, ਕਹਿੰਦੇ ਕਾਲ ਜਮਨ ਸੀ ਨਾ, 3 ਕਰੋੜ ਭਾਰੀ ਫੌਜ ਦੇ ਨਾਲ ਉਹ ਜੰਗ ਕਰਦਾ ਸੀ। ਭਾਵ ਉਹਦੇ ਕੋਲ 3 ਕਰੋੜ ਦੀ ਭਾਰੀ ਫੌਜ ਸੀ, ਜਿਨ੍ਹਾਂ ਨੂੰ ਨਾਲ ਲੈ ਕੇ ਉਹ ਜੰਗ ਕਰਦਾ ਸੀ। ਤੇ ਕਾਲ ਜਮਨ ਜਿਹੜਾ ਮਲੇਸ਼ ਸੀਗਾ, ਤੇ ਉਹਦੇ ਹੱਥੋਂ ਜੰਗ ਕਰਦਿਆਂ ਸ੍ਰੀ ਕ੍ਰਿਸ਼ਨ ਹਾਰ ਗਏ ਹਨ। ਤੇ ਕ੍ਰਿਸ਼ਨ ਜੀ ਨੇ ਸੋਚਿਆ ਵੀ ਹੁਣ ਤਾਂ ਮੇਰਾ ਵਸ ਇੱਥੇ ਕੋਈ ਨਹੀਂ ਚੱਲਣਾ। ਸਿਰਫ ਉਦਾਹਰਣ ਦਾ ਇੱਕ ਪੱਖ ਹੁੰਦਾ, ਅਸੀਂ 2 ਤਰ੍ਹਾਂ ਦਾ ਸਮਾਂ ਕੰਪੇਅਰ ਨਹੀਂ ਕਰ ਸਕਦੇ। ਕ੍ਰਿਸ਼ਨ ਜੀ ਦਾ ਸਮਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਮਾਂ। ਕ੍ਰਿਸ਼ਨ ਧਰਮ ਯੁੱਧ ਨਹੀਂ ਸਨ ਕਰ ਰਹੇ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਧਰਮ ਯੁੱਧ ਕਰਦੇ ਸਨ। ਜਿਹੜੇ ਕਵੀ ਲੋਕ ਨੇ ਜਦੋਂ ਵੀ ਕੋਈ ਐਗਜ਼ਾਮਪਲ ਦਿੰਦੇ ਨੇ, ਉਹਦਾ ਹਮੇਸ਼ਾ ਇੱਕੋ ਹੀ ਪੱਖ ਹੁੰਦਾ ਹੈ ਵੀ ਕ੍ਰਿਸ਼ਨ ਜੀ ਤੇ ਔਖਾ ਸਮਾਂ ਆ ਗਿਆ, ਭੀੜ ਬਣ ਕੇ ਵੀ ਉਹਨਾਂ ਨੂੰ ਜੰਗ ਤੋਂ ਭੱਜਣਾ ਹੀ ਪਿਆ। ਤੇ ਸਾਧ ਸੰਗਤ ਜੀ, ਕਾਲ ਜਮਨ ਉਹਨਾਂ ਦੇ ਪਿੱਛੇ ਨੱਠ ਆਇਆ, ਉਹਨੇ ਸ਼ਸਤਰ ਸੁੱਟ ਦਿੱਤੇ ਵੀ ਮੈਂ ਕ੍ਰਿਸ਼ਨ ਜੀ ਨੂੰ ਛੱਡਾਂਗਾ ਨਹੀਂ। ਤੇ ਕ੍ਰਿਸ਼ਨ ਜੀ ਨੇ ਸੋਚਿਆ ਵੀ ਹੁਣ ਸਮਾਂ ਅੱਗੇ ਨਾ ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਮੁਚਕੰਦ ਰਿਖੀ ਸੁੱਤਾ ਪਿਆ ਸੀਗਾ, ਤੇ ਉਹਨੂੰ ਵਾਰ ਸੀ ਜੇ ਉਹ ਨੇਤਰ ਖੋਲ੍ਹਦਾ ਨਾ, ਸਮਾਧੀ ਤੋਂ ਉੱਠਦਾ, ਤੇ ਉਹਦੇ ਨੇਤਰਾਂ ਦੇ ਵਿੱਚੋਂ ਅਗਨ ਨਿਕਲਦੀ ਤੇ ਜਿਹੜਾ ਵੀ ਸਨਮੁਖ ਆਉਂਦਾ ਉਹ ਸੜ ਜਾਂਦਾ।
ਇਸ ਪ੍ਰਕਾਰ ਕ੍ਰਿਸ਼ਨ ਜੀ ਨੇ ਸੋਚਿਆ ਵੀ ਇੱਥੇ ਹੀ ਕੰਮ ਨਿਬੇੜ ਦਈਏ। ਉਹ ਆ ਗਏ ਉੱਥੇ ਤੇ ਉਹਨਾਂ ਨੇ ਆਪਣੇ ਸਰੀਰ ਦਾ ਪੀਲਾ ਬਸਤਰ ਜਿਹੜਾ ਸੀ ਉਹ ਮੁਚਕੰਦ ਰਿਖੀ ਦੇ ਉੱਤੇ ਪਾ ਦਿੱਤਾ ਤੇ ਵੇਖਿਆ ਵੀ ਜਦੋਂ ਕਾਲ ਜਮਨ ਆ ਗਿਆ ਉਹਨਾਂ ਨੇ ਮੁਚਕੰਦ ਰਿਖੀ ਜਿਹੜਾ ਸੀ ਨਾ ਉਹਨੂੰ ਹੌਲੀ ਜੀ ਆਪਣੇ ਚਰਨ ਦੇ ਨਾਲ ਹਿਲਾਇਆ ਤੇ ਇਹ ਵੀ ਬਚਨ ਆਉਂਦਾ ਕਿ ਕਾਲ ਜਮਨ ਨੇ ਸੋਚਿਆ ਵੀ ਸ਼ਾਇਦ ਕਿਤੇ ਕ੍ਰਿਸ਼ਨ ਆ ਕੇ ਇੱਥੇ ਸੌਂ ਗਿਆ। ਉਹਨੇ ਹੋਲ ਜ਼ੋਰ ਕੇ ਠੁੱਡਾ ਮਾਰਿਆ ਤੇ ਬਸਤਰ ਖਿੱਚਿਆ ਜਦੋਂ ਤੇ ਮੁਚਕੰਦ ਦੇ ਨੇਤਰ ਖੁੱਲ ਗਏ ਤੇ ਕਾਲ ਜਮਨ ਜਿਹੜਾ ਸੜ ਕੇ ਸਵਾਹ ਹੋ ਗਿਆ। ਇਸ ਤਰ੍ਹਾਂ ਔਖਾ ਸਮਾਂ ਆਇਆ ਸੀ ਪਰ ਉਹ ਟਲ ਗਿਆ। ਸੋ ਇਸ ਪ੍ਰਕਾਰ ਇਹੋ ਜਿਹਾ ਭਿਅੰਕਰ ਸਮਾਂ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਪਰ ਆਇਆ ਹੈ। ਬਹੁਤ ਫੌਜ ਪਹਾੜੀਆਂ ਕੀ ਪਈ। ਇਸ ਪ੍ਰਕਾਰ ਪਹਾੜੀਆਂ ਦੀ ਬਹੁਤ ਸਾਰੀ ਫੌਜ ਜਿਹੜੀ ਸਿੱਖਾਂ ਦੇ ਮਗਰ ਪੈ ਗਈ ਹੈ। ਚੌਂਕੜੀ ਸਭ ਹਨ ਗਈ। ਹੁਣ ਸਿੰਘਾਂ ਨੇ ਪੈਂਤੜੇ ਤਾਂ ਬੜੇ ਬਣਾਏ ਸੀਗੇ ਪਰ ਜਿਹੋ ਜਿਹਾ ਸਮਾਂ ਉੱਥੇ ਮਾਹੌਲ ਬਣ ਗਿਆ ਤੇ ਸਿੰਘਾਂ ਦੇ ਪੈਂਤੜੇ ਭੁੱਲ ਗਏ ਕਿਉਂਕਿ ਚਾਰ ਚਫੇਰੇ ਆਪੋ ਧਾਪੀ ਪੈ ਗਈ ਤੇ ਪਰਿਵਾਰ ਜਿਹੜਾ ਸੀ ਗੁਰੂ ਸਾਹਿਬ ਜੀ ਦਾ ਉਹ ਵੀ ਖੇਰੂ ਖੇਰੂ ਹੋ ਗਿਆ। ਸਿੰਘਾਂ ਨੂੰ ਉਹਦਾ ਵੀ ਫਿਕਰ ਸੀ। ਇਸ ਤਰ੍ਹਾਂ ਸਾਰੇ ਜਿਹੜੇ ਪੈਂਤੜੇ ਹਨ ਉਲਟੇ ਪੈ ਗਏ ਹਨ। ਰਾਮ ਜੰਗੇ ਗਿਲ ਭਏ। ਰਾਮ ਜੰਗੇ ਬੰਦੂਕਾਂ ਜਿਹੜੀਆਂ ਸਨ ਗਿੱਲੀਆਂ ਹੋ ਗਈਆਂ। ਬਰੂਦ ਵੀ ਸਿੱਖਾਂ ਦਾ ਗਿੱਲਾ ਹੋ ਗਿਆ ਹੈ। ਹੁਣ ਜਦੋਂ ਬੰਦੂਕਾਂ ਤੇ ਬਰੂਦ ਗਿੱਲਾ ਹੋ ਗਿਆ ਤੇ ਫਿਰ ਉਹ ਚੱਲਣ ਤੋਂ ਰਹਿ ਗਿਆ। ਜਦੋਂ ਬਰੂਦ ਹੀ ਗਿੱਲਾ ਹੋ ਗਿਆ ਤੇ ਬੰਦੂਕਾਂ ਕਿੱਥੇ ਚੱਲਣੀਆਂ ਸਨ। ਜਿਹੜੇ ਕਹਿੰਦੇ ਸਨ ਨਾ ਵੀ ਅਸੀਂ ਅਨੰਦਪੁਰ ਸਾਹਿਬ ਛੱਡ ਕੇ ਜਾਣਾ ਹੀ ਜਾਣਾ ਹੈ, ਆਹ ਭੀੜ ਦਾ ਸਮਾਂ ਜਦੋਂ ਬਣਿਆ ਉਹਨਾਂ ਦੇ ਪੈਰਾਂ ਵਿੱਚ ਜੁੱਤੀ ਤੱਕ ਨਹੀਂ ਰਹੀ। ਇਹੋ ਜੀ ਬਿਪਤਾ ਇਹੋ ਜਿਹਾ ਔਖਾ ਸਮਾਂ ਸਾਰਿਆਂ ਉੱਪਰ ਆਣ ਬਣਿਆ ਹੈ। ਸਾਧ ਸੰਗਤ ਜੀ ਕਹਿੰਦੇ ਇੱਕ ਪਾਸੇ ਪਹਾੜੀਏ, ਇੱਕ ਪਾਸੇ ਰਾਤ ਦਾ ਸਮਾਂ ਠੰਡ ਦਾ ਸਮਾਂ ਤੇ ਇੱਕ ਪਾਸੇ ਅੱਗੇ ਭਿਅੰਕਰ ਸਰਸਾ ਨਦੀ ਚੜ੍ਹ ਕੇ ਵਹਿੰਦੀ ਹੈ। ਇੱਕ ਤਾਂ ਪਹਾੜੀਆਂ ਨੇ ਹਮਲਾ ਕੀਤਾ, ਕਈ ਮਹੀਨਿਆਂ ਤੋਂ ਭੁੱਖੇ ਭਾਣੇ ਸਿੱਖ ਤੇ ਰਹਿੰਦੀ ਖਹਿੰਦੀ ਜਿਹੜੀ ਕਸਰ ਸੀ ਉਹ ਸਾਰੀ ਸਰਸਾ ਨੇ ਕੱਢ ਦਿੱਤੀ। ਉਹਨੇ ਸਾਰਾ ਕੁਝ ਹੀ ਡੁਬੋ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਧਰ ਚਲਦੇ ਚਲਦੇ ਰੋਪੜ ਦੇ ਇਲਾਕੇ ਨੂੰ ਵਧੇ ਹਨ, ਜਿਸ ਇਲਾਕੇ ਵਿੱਚ ਕੁਝ ਤੁਰਕ ਰਹਿੰਦੇ ਹਨ। ਇਸ ਜਗ੍ਹਾ ਤੇ ਬਹੁਤ ਸਾਰੇ ਪਠਾਨ ਰਹਿੰਦੇ ਸਨ ਜਿਨ੍ਹਾਂ ਨੂੰ ਮੈਦਾਨੇ ਜੰਗ ਵਿੱਚ ਗੁਰੂ ਸਾਹਿਬ ਨੇ ਸੋਧਿਆ ਵੀ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਇੱਥੇ ਕੁਝ ਕਨਾ ਨੌਕਰ ਵੀ ਗੁਰੂ ਸਾਹਿਬ ਦੇ ਕੋਲ ਰਹਿੰਦੇ ਸਨ ਤੁਰਕਾਂ ਦੇ। ਭਾਵ ਗੁਰੂ ਸਾਹਿਬ ਦੀ ਫੌਜ ਵਿੱਚ ਕੁਝ ਕੁ ਤੁਰਕ ਜਿਹੜੇ ਉਹ ਨੌਕਰੀ ਕਰਦੇ ਸਨ। ਇਸ ਪ੍ਰਕਾਰ ਉਹ ਗੁਰੂ ਸਾਹਿਬ ਜੀ ਦੇ ਕੋਲੋਂ ਇਨਾਮ ਦੀ ਪ੍ਰਾਪਤੀ ਕਰਿਆ ਕਰਦੇ ਸਨ। ਸਤਿਗੁਰਾਂ ਦੇ ਦਰਬਾਰ ਵਿੱਚ ਹਰ ਵਕਤ ਸਨੱਧਬੱਧ ਸ਼ਸਤਰ ਧਾਰਨ ਕਰਕੇ ਤਿਆਰ ਬਰ ਤਿਆਰ ਹੋ ਕੇ ਰਹਿੰਦੇ ਹਨ। ਉਹਨਾਂ ਨੂੰ ਇਨਾਮ ਦੇ ਵਿੱਚ ਮਹਾਰਾਜ ਘੋੜੇ ਦਿੰਦੇ ਨੇ, ਜੋੜੇ ਬਖਸ਼ਿਸ਼ ਕਰਦੇ ਨੇ, ਬਸਤਰ ਆਦਿਕ ਦਿੰਦੇ ਹਨ। ਹੁਣ ਭਾਵੇਂ ਫੌਜ ਦੀ ਗਿਣਤੀ ਤਾਂ ਸੀ ਪਰ ਉਹ ਬੇਈਮਾਨ ਹੋ ਗਏ ਮੌਕੇ ਤੇ। ਉਹਨਾਂ ਵੇਖਿਆ ਵੀ ਵਿਪਤਾ ਪੈ ਗਈ, ਆਪਣੀ ਜਾਨ ਬਚਾਓ, ਸਾਨੂੰ ਕੀ ਲੋੜ ਆ ਇਹਨਾਂ ਪਿੱਛੇ ਮਰਨ ਦੀ। ਜਦੋਂ ਤਾਂ ਸੁੱਖ ਦਾ ਸਮਾਂ ਸੀ ਉਦੋਂ ਤਾਂ ਇਨਾਮ ਲੈਂਦੇ ਸਨ, ਆਖਦੇ ਸਨ ਮਹਾਰਾਜ ਮੈਦਾਨੇ ਜੰਗ ਦੇ ਵਿੱਚ ਹੁਕਮ ਕਰ ਦਿਓ, ਵੈਰੀਆਂ ਨੂੰ ਧਰਤੀ ਤੋਂ ਧੂਲ ਚਟਾ ਦੇਵਾਂਗੇ। ਪਰ ਜਦੋਂ ਔਖਾ ਸਮਾਂ ਆ ਗਿਆ ਉਹ ਤੁਰਕ ਗੁਰੂ ਸਾਹਿਬ ਦੇ ਕੰਮ ਨਹੀਂ ਆਏ, ਛੱਡ ਕੇ ਭੱਜ ਗਏ ਹਨ। ਸਤਿਗੁਰੂ ਮਹਾਰਾਜ ਜੀ ਇਹਨਾਂ ਨਾਲ ਹਿੱਤ ਰੱਖਦੇ ਸਨ ਕਿਉਂਕਿ ਫੌਜੀ ਸਨ ਨਾ, ਸਿਪਾਹੀ ਸਨ। ਬਾਕੀ ਸਤਿਗੁਰਾਂ ਦੀ ਦ੍ਰਿਸ਼ਟੀ ਸਾਰਿਆਂ ਵਾਸਤੇ ਇੱਕੋ ਜਿਹੀ ਹੈ, ਫਰਕ ਨਹੀਂ ਸਮਝਦੇ ਕੋਈ, ਭਾਵੇਂ ਕੋਈ ਤੁਰਕ ਹੋਵੇ, ਭਾਵੇਂ ਸਿੱਖ, ਭਾਵੇਂ ਹਿੰਦੂ ਹੈ। ਜੇ ਫੌਜ ਦੇ ਵਿੱਚ ਹੈ ਤੇ ਸਾਰੇ ਯੋਧੇ ਮਹਾਰਾਜ ਦੇ ਲਈ ਇੱਕੋ ਵਰਗੇ ਨੇ। ਜਿਵੇਂ ਪੈਂਦਾ ਸੀ ਨਾ, ਉਹ ਵੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਸਿੰਘਾਂ ਵਰਗਾ ਹੀ ਸੀਗਾ। ਜਿਹੋ ਜਿਹਾ ਪ੍ਰੇਮ ਸਿੰਘਾਂ ਨਾਲ ਕਰਦੇ ਸੀ ਤੇ ਪੈਂਦਾ ਵੀ ਯੋਧਾ ਸੀ, ਮਹਾਰਾਜ ਉਹਨੂੰ ਵੀ ਬੜਾ ਮਾਣ ਸਤਿਕਾਰ ਦਿੰਦੇ ਸਨ। ਪਰ ਬਾਅਦ ਵਿੱਚ ਉਹ ਬੇਮੁਖ ਹੋ ਗਿਆ ਤੇ ਗੁਰੂ ਸਾਹਿਬ ਦੇ ਖਿਲਾਫ ਚੜ੍ਹ ਆਇਆ। ਮੈਨੂੰ ਤਾਂ ਇਹਨਾਂ ਦੇ ਸਾਰੇ ਭੇਦ ਪਤਾ ਨਹੀਂ, ਆਪਾਂ ਹੁਣੇ ਹਰਾ ਦੇਣਾ ਇਹਨਾਂ ਨੂੰ, ਬਹੁਤਾ ਸਮਾਂ ਨਹੀਂ ਲਾਉਣਾ। ਪਰ ਉਹਨੂੰ ਕੀ ਪਤਾ ਸੀ ਕਿ ਜਿਹਦੇ ਸਨਮੁਖ ਲੜਨ ਵਾਸਤੇ ਜਾ ਰਹੇ ਹੈ, ਸ਼ਸਤਰ ਵਿਦਿਆ ਉਸੇ ਦੀ ਦਿੱਤੀ ਹੋਈ ਹੈ, ਸਾਰੇ ਭੇਦ ਉਸੇ ਦੇ ਦਿੱਤੇ ਹੋਏ ਨੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ
ਸਵੇਰੇ ਕਾੜ੍ਹਨੀ ਵਿੱਚ ਦੁੱਧ ਪਵਾ ਕੇ ਤੇ ਮੇਵੇ ਪਵਾ ਕੇ ਰਖਾ ਦੇਣਾ ਤੇ ਸਾਰਾ ਦਿਨ ਕੱਢਦਾ ਰਹਿਣਾ ਤੇ ਸ਼ਾਮ ਨੂੰ ਪਹਿੰਦੇ ਨੂੰ ਦੇਣਾ ਵੀ ਆਹ ਛਕ। ਐਡਾ ਯੋਧਾ ਸੀਗਾ। ਤੇ ਉਹਨੂੰ ਇਹ ਸੀ ਵੀ ਜਦੋਂ ਜਾਵਾਂਗਾ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਣੇ ਘੋੜੇ ਚੁੱਕ ਲਵਾਂਗਾ। ਭਾਈ ਸੰਤੋਖ ਸਿੰਘ ਲਿਖਦੇ ਸੂਰਜ ਪ੍ਰਕਾਸ਼ ਵਿੱਚ ਵੀ ਜੇ ਰੁਪਈਆ ਉਹਦੇ ਹੱਥ ਵਿੱਚ ਕੋਈ ਦੇ ਦੇਵੇ ਨਾ ਤੇ ਉਹ ਮਸਲ ਕੇ ਰੁਪਈਆ ਖਤਮ ਕਰ ਦਿੰਦਾ ਸੀ, ਐਡਾ ਬਲਵਾਨ ਸੀਗਾ। ਪਰ ਜਦੋਂ 6ਵੇਂ ਪਾਤਸ਼ਾਹ ਦੇ ਸਾਹਮਣੇ ਆਇਆ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੇ 3 ਵਾਰ ਕੀਤੇ ਵਸ ਨਹੀਂ ਚੱਲਿਆ। ਮਹਾਰਾਜ ਕਹਿੰਦੇ ਪੁੱਤਰ ਜੀ ਇੱਦਾਂ ਨਹੀਂ, ਇੱਦਾਂ ਵਾਰ ਕਰੀਦਾ, ਵਾਰ ਕਰਨਾ ਵੀ ਸਿੱਖੋ। ਇੱਕੋ ਵਾਰ ਕੀਤਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਸਣੇ ਘੋੜੇ ਹੀ ਵੱਢ ਦਿੱਤਾ ਪੈਂਦਾ। ਐਡਾ ਹੰਕਾਰ ਸੀ ਨਾ ਉਹਨੂੰ ਵੀ ਘੋੜੇ ਸਮੇਤ ਚੁੱਕ ਲਵਾਂਗਾ, ਤੇ ਇੱਕ ਵਾਰ ਨਹੀਂ ਝੱਲਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ। ਤੇ ਕਹਿਣ ਦਾ ਭਾਵ ਕਿ ਉਹਨੂੰ ਵੀ ਪ੍ਰੇਮ ਕਰਦੇ ਸਨ। ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ ਸਾਰੇ ਇੱਕੋ ਜਿਹੇ ਨੇ। ਸੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਵੀ ਤੁਰਕ ਜਿਹੜੇ ਸਨ ਉਹ ਫੌਜੀ ਸਨ ਤੇ ਹਜ਼ੂਰ ਉਹਨਾਂ ਨਾਲ ਹਿੱਤ ਵੀ ਰੱਖਦੇ ਸਨ। 3 ਦੇਤ ਵੱਡੇ ਸਿਰਪਾਓ, ਉਹਨਾਂ ਨੂੰ ਸਿਰਪਾਓ ਦਿੰਦੇ ਸਨ, ਬੜੇ ਇਨਾਮ ਦਿੰਦੇ ਸਨ। ਲੜਤ ਪਹਾੜੀਆਂ ਸੰਗ ਗੁਰ ਉਨਕੀ ਕਰਤ ਸਹਾਏ। ਇਹ ਤੁਰਕ ਪਹਾੜੀਆਂ ਦੇ ਨਾਲ ਜੰਗ ਕਰਦੇ ਸਨ ਤੇ ਗੁਰੂ ਸਾਹਿਬ ਜੀ ਇਹਨਾਂ ਦੀ ਬਹੁਤ ਮਦਦ ਕਰਦੇ ਸਨ। ਸਤਿਗੁਰ ਉਨਕੇ ਘਰ ਕੋ ਗਏ। ਜਦੋਂ ਮਹਾਰਾਜ ਜੀ ਰੋਪੜ ਨੂੰ ਗਏ ਤੇ ਰੋਪੜ ਦੇ ਇਲਾਕੇ ਵਿੱਚ ਹਜ਼ੂਰ ਇਹਨਾਂ ਦੇ ਘਰ ਵਿੱਚ ਚਲੇ ਗਏ ਵੀ ਚਲੋ ਇਹਨਾਂ ਨੂੰ ਨਾਲ ਲੈਨੇ ਆ, ਇਹਨਾਂ ਦੀ ਮਦਦ ਲੈ ਲੈਨੇ ਹਾਂ। ਜਾਏ ਸੋਬੇ ਮੁਖ ਭਏ। ਜਦੋਂ ਇਹਨਾਂ ਨੂੰ ਸਤਿਗੁਰਾਂ ਨੇ ਸੱਦਿਆ, ਸੁਨੇਹਾ ਭੇਜਿਆ, ਭਾਈ ਜੰਗ ਕਰਨਾ ਅਸੀਂ, ਸਾਨੂੰ ਗੜੀ ਚਾਹੀਦੀ ਹੈ, ਫੌਜਾਂ ਚਾਹੀਦੀਆਂ ਨੇ, ਤੇ ਉਹ ਗੁਰੂ ਸਾਹਿਬ ਤੋਂ ਬੇਮੁਖ ਹੋ ਗਏ ਹਨ। ਇਹਨਾਂ ਨੇ ਇੱਕ ਬਹੁਤ ਵੱਡੀ ਹਵੇਲੀ ਬਣਾਈ ਹੋਈ ਸੀ ਆਪਣੇ ਵਾਸਤੇ ਵੀ ਕਿਤੇ ਮੌਕਾ ਬਣਿਆ ਤੇ ਬੰਦਾ ਜੰਗ ਕਰ ਸਕਦਾ ਹੈ। ਤੇ ਸਤਿਗੁਰੂ ਜਾਣਦੇ ਸਨ ਇਹਨਾਂ ਕੋਲ ਹਵੇਲੀ ਹੈ, ਇਸ ਕਰਕੇ ਹਜ਼ੂਰ ਜੀ ਨੇ ਇਹਨਾਂ ਨੂੰ ਆਪਣੇ ਪਾਸ ਬੁਲਾਇਆ ਹੈ। ਹਜ਼ੂਰ ਕਹਿਣ ਲੱਗੇ ਭਾਈ ਸਾਨੂੰ ਹੋਰ ਕੁਝ ਨਹੀਂ ਚਾਹੀਦਾ, ਬਸ ਤੁਸੀਂ ਆਪਣੀ ਹਵੇਲੀ ਸਾਨੂੰ ਦੇ ਦਿਓ, ਅਸੀਂ ਇਹਦੇ ਵਿੱਚ ਬਹਿ ਕਰਕੇ ਤੇ ਵੈਰੀਆਂ ਦੇ ਨਾਲ ਜੰਗ ਕਰਨਾ ਹੈ, ਯੁੱਧ ਕਰਨਾ ਹੈ। ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਹਵੇਲੀ 'ਚ ਨਹੀਂ ਵੜਨ ਦਿੱਤਾ। ਕਿਹੋ ਜਿਹਾ ਸਮੇਂ ਕਿਤੇ ਇਨਾਮ ਲੈਂਦੇ ਸਨ ਤੇ ਅੱਜ ਕਿਤੇ ਉਹਨਾਂ ਨੇ ਹਵੇਲੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਸਤਿਗੁਰੂ ਕਹਿੰਦੇ ਠੀਕ ਹੈ ਭਾਈ, ਜੇ ਹਵੇਲੀ ਨਾਲ ਇੰਨਾ ਹੀ ਹਿੱਤ ਹੈ ਤੇ ਹਵੇਲੀ ਨਹੀਂ ਰਹੇਗੀ ਤੁਹਾਡੀ। ਕਹਿੰਦੇ ਸਤਲੁਜ ਦਾ ਦਰਿਆ ਦਾ ਪਾਣੀ ਚੜਿਆ ਤੇ ਹਵੇਲੀ ਨਾਲ ਹੀ ਰੁੜ ਕੇ ਲੈ ਗਿਆ ਹੈ। ਇਸ ਪ੍ਰਕਾਰ ਇਹ ਜਿਹੜੇ ਲੋਧੀ ਪਠਾਨ ਜਦੋਂ ਬੇਈਮਾਨ ਹੋ ਗਏ, ਗੁਰੂ ਸਾਹਿਬ ਜੀ ਨਾਲ ਗਦਾਰੀ ਕਰ ਗਏ, ਦਗਾ ਕਮਾ ਗਏ ਹਨ। ਹਜ਼ੂਰ ਜੀ ਕਹਿਣ ਲੱਗੇ ਭਲਿਓ ਤੁਹਾਡਾ ਮਕਾਨ ਨਹੀਂ ਕੋਈ ਰਹਿਣਾ, ਜਿਸ ਮਕਾਨ ਦਾ ਇੰਨਾ ਮਾਣ ਕਰਦੇ ਹੋ ਇਹੀ ਨਹੀਂ ਰਹਿਣਾ, ਇਹੀ ਖਤਮ ਹੋ ਜਾਣਾ ਹੈ। ਇਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਕੋਟਲੇ ਗਏ ਹਨ। ਉੱਥੇ ਫਿਰ ਸਤਿਗੁਰਾਂ ਦਾ ਪ੍ਰੇਮੀ ਰਹਿੰਦਾ ਸੀ ਨਿਹੰਗ ਖਾਂ, ਤੇ ਸਾਧ ਸੰਗਤ ਜੀ ਕੋਟਲੇ ਵਿੱਚ ਉਹਦਾ ਛੋਟਾ ਜਿਹਾ ਕਿਲ੍ਹਾ ਸੀ ਤੇ ਆਪਣੇ ਪਰਿਵਾਰ ਦੇ ਨਾਲ ਉੱਥੇ ਰਹਿੰਦਾ ਹੈ। ਉਹਨੂੰ ਜਦੋਂ ਪਤਾ ਲੱਗਿਆ, ਅਰਦਾਸ ਕੀਤੀ ਮਹਾਰਾਜ ਮੇਰੇ ਗ੍ਰਹਿ ਵਿਖੇ ਚਰਨ ਪਾਓ, ਤੇ ਉਹਨੇ ਆਪਣੇ ਕਿਲ੍ਹੇ ਦੇ ਆਪਣੀ ਛੋਟੀ ਜਿਹੀ ਗੜੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸਤਿਗੁਰ ਜੀ ਕਹਿਣ ਲੱਗੇ ਭਾਈ ਸਾਨੂੰ ਨਾ ਛੋਟਾ ਜਿਹਾ ਕਿਲ੍ਹਾ ਚਾਹੀਦਾ ਜੰਗ ਕਰਨ ਵਾਸਤੇ। ਤੇ ਉਹ ਕਹਿਣ ਲੱਗਾ ਨਿਹੰਗ ਖਾਂ ਸਤਿਗੁਰੂ ਆ ਮੇਰਾ ਕਿਲ੍ਹਾ ਹੀ ਵਰਤ ਲਓ ਤੁਸੀਂ। ਤੇ ਗੁਰੂ ਸਾਹਿਬ ਨੇ ਜਦੋਂ ਵੇਖਿਆ ਤੇ ਹਜ਼ੂਰ ਕਹਿੰਦੇ ਨਹੀਂ ਸਾਨੂੰ ਇਹ ਪਸੰਦ ਨਹੀਂ ਹੈ, ਇੱਥੇ ਅਸੀਂ ਜੰਗ ਨਹੀਂ ਕਰ ਸਕਦੇ ਵੈਰੀਆਂ ਦੇ ਨਾਲ, ਕਿਉਂਕਿ ਇਹ ਜਿਹੜੀ ਹਵੇਲੀ ਸੀ ਇਹ ਲੜਾਈ ਕਰਨ ਦੇ ਯੋਗ ਨਹੀਂ ਸੀ, ਇਸ ਕਰਕੇ ਹਜ਼ੂਰ ਨੂੰ ਉਹ ਪਸੰਦ ਨਹੀਂ ਆਈ। ਇੱਥੇ ਇੱਕ ਬੜਾ ਅਚੰਭੇ ਵਾਲਾ ਵਰਤਾਰਾ ਵਰਤਿਆ। ਮਹਾਰਾਜ ਦੇ ਨਾਲ ਸਨ ਬਾਬਾ ਬਚਿੱਤਰ ਸਿੰਘ ਜੀ, ਉਹ ਜ਼ਖਮੀ ਹੋ ਗਏ ਸਨ ਕਿਉਂਕਿ ਸਰਸਾ ਦੇ ਕੰਢੇ ਉਹਨਾਂ ਜੰਗ ਕੀਤਾ। ਉਹਨਾਂ ਨੂੰ ਹਜ਼ੂਰ ਇੱਥੇ ਨਾਲ ਲੈ ਕੇ ਆਏ ਸਨ ਤੇ ਬਾਬਾ ਬਚਿੱਤਰ ਸਿੰਘ ਨੂੰ ਸਤਿਗੁਰੂ ਜੀ ਨੇ ਇੱਥੇ ਹੀ ਛੱਡ ਦਿੱਤਾ। ਨਿਹੰਗ ਖਾਂ ਨੂੰ ਕਹਿਣ ਲੱਗੇ ਵੀ ਸਾਡੇ ਸਿੰਘ ਦਾ ਖਿਆਲ ਰੱਖੀ। ਹਜ਼ੂਰ ਜਾਣਦੇ ਸਨ ਵੀ ਉਹਨਾਂ ਦਾ ਸਮਾਂ ਨੇੜੇ ਆ ਗਿਆ, ਇਸ ਕਰਕੇ ਉੱਥੇ ਛੱਡ ਗਏ ਸਨ ਤੇ ਇਹਨਾਂ ਦਾ ਧਿਆਨ ਰੱਖਿਓ ਤੇ ਵੈਦ ਆਦਿਕ ਬੁਲਾ ਕੇ ਇਹਨਾਂ ਦਾ ਇਲਾਜ ਕਰੋ।
ਗੁਰੂ ਸਾਹਿਬ ਤਾਂ ਇੱਥੋਂ ਅਗਾਂਹ ਨੂੰ ਚਲੇ ਗਏ ਨਿਹੰਗਾਂ ਦੇ ਪਾਸੋਂ, ਤੇ ਗੁਰਮੁਖ ਪਿਆਰਿਓ ਉੱਥੇ ਇੱਕ ਅਚੰਭਾ ਵਾਪਰਿਆ। ਫੌਜਾਂ ਆ ਗਈਆਂ ਤੁਰਕਾਂ ਦੀਆਂ। ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਕੋਈ ਗੁਰੂ ਕਾ ਸਿੱਖ ਹੈ ਕਿਲੇ ਅੰਦਰ, ਕਿਉਂਕਿ ਮਹਾਰਾਜ ਆਏ ਸਨ। ਉਹ ਖੂਰਾ ਖੋਜ ਕੱਢਦੇ ਕੱਢਦੇ ਇੱਥੇ ਆ ਗਏ ਵੀ ਕਿਤੇ ਗੁਰੂ ਸਾਹਿਬ ਇੱਥੇ ਹੋਵਣਗੇ। ਉਹਨਾਂ ਨੇ ਆ ਕੇ ਨਿਹੰਗਾਂ ਨੂੰ ਆਖਿਆ ਵੀ ਤੇਰੇ ਕੋਲ ਗੁਰੂ ਸਾਹਿਬ ਆਏ ਸਨ। ਨਿਹੰਗਾ ਕਹਿਣ ਲੱਗਾ ਕਮਲੇ ਹੋ ਗਏ ਹੋ, ਮੈਂ ਵੀ ਮੁਸਲਮਾਨ ਤੁਸੀਂ ਮੁਸਲਮਾਨ, ਉਹਨਾਂ ਨੂੰ ਮੈਂ ਕਿਵੇਂ ਰੱਖ ਸਕਦਾ ਆ। ਕਹਿੰਦੇ ਨਹੀਂ ਅਸੀਂ ਤਲਾਸ਼ੀ ਕਰਨੀ, ਸਾਨੂੰ ਹੁਕਮ ਹੋਇਆ। ਕਹਿੰਦੇ ਠੀਕ ਹੈ ਤੁਸੀਂ ਤਲਾਸ਼ੀ ਕਰ ਲਓ। ਤੇ ਸਾਧ ਸੰਗਤ ਜੀ ਉਹ ਤਲਾਸ਼ੀ ਲੈਣ ਲੱਗੇ ਤੇ ਇੱਕ ਕਮਰੇ ਦੇ ਵਿੱਚ ਬਾਬਾ ਬਚਿੱਤਰ ਸਿੰਘ ਸਨ, ਤੇ ਬਾਬਾ ਬਚਿੱਤਰ ਸਿੰਘ ਜੀ ਉਹਨਾਂ ਦੀ ਉਹ ਸੇਵਾ ਕਰਦੇ ਸਨ। ਨਿਹੰਗਾਂ ਉਹਨਾਂ ਦਾ ਇਲਾਜ ਕਰ ਰਹੇ ਸਨ। ਤੇ ਜਦੋਂ ਹੁਣ ਨਿਹੰਗਾਂ ਨੇ ਵੇਖਿਆ ਵੀ ਇਹ ਬਾਬਾ ਬਚਿੱਤਰ ਸਿੰਘ ਦੇ ਕਮਰੇ 'ਚ ਵੜਨਗੇ, ਉਹਨਾਂ ਨੇ ਆਖ ਦਿੱਤਾ ਵੀ ਇਸ ਕਮਰੇ ਵਿੱਚ ਮੇਰਾ ਜਵਾਈ ਤੇ ਮੇਰੀ ਧੀ ਹੈ, ਇੱਥੇ ਨਹੀਂ ਤੁਸੀਂ ਜਾ ਸਕਦੇ। ਉਹ ਕਹਿੰਦੇ ਠੀਕ ਹੈ ਅਸੀਂ ਇਸ ਕਮਰੇ 'ਚ ਨਹੀਂ ਵੜਦੇ। ਉਹ ਕਮਰੇ 'ਚ ਨਹੀਂ ਵੜੇ। ਉੱਥੇ ਬੈਠੀ ਸੀ ਬੀਬੀ ਮੁਮਤਾਜ਼, ਜਿਹੜੀ ਨਿਹੰਗ ਖਾਂ ਦੀ ਬੇਟੀ ਸੀਗੀ। ਤੇ ਸਾਧ ਸੰਗਤ ਜੀ ਉਹਨਾਂ ਨੇ ਹਵੇਲੀ ਖੋਜੀ, ਲੱਭੀ, ਕੁਝ ਨਹੀਂ ਮਿਲਿਆ ਤੇ ਚਲੇ ਗਏ। ਹੁਣ ਪਿਤਾ ਦੇ ਜਿਹੜੇ ਬਚਨ ਸੁਣੇ ਸਨ ਬੀਬੀ ਮੁਮਤਾਜ਼ ਨੇ, ਅੱਜ ਵੀ ਉਹਨਾਂ ਦਾ ਸਥਾਨ ਹੈ ਨਾ, ਮੁਮਤਾਜ਼ਗੜ੍ਹ ਸਥਾਨ ਬਣਿਆ ਹੋਇਆ ਉੱਥੇ। ਤੇ ਸਾਧ ਸੰਗਤ ਬੀਬੀ ਮੁਮਤਾਜ਼ ਜੀ ਉਹਨਾਂ ਨੇ ਇਹ ਬਚਨ ਮਨ ਵਿੱਚ ਧਾਰ ਲਿਆ। ਉਹਨਾਂ ਨੇ ਵਿਆਹ ਨਹੀਂ ਕਰਾਇਆ। ਮੇਰੇ ਪਿਤਾ ਨੇ ਆਖਿਆ ਮੇਰਾ ਜਵਾਈ ਤੇ ਮੇਰੀ ਧੀ ਅੰਦਰ ਬੈਠੇ ਨੇ, ਤੁਸੀਂ ਨਹੀਂ ਜਾ ਸਕਦੇ। ਉਹਨੇ ਮੰਨ ਲਿਆ ਵੀ ਇਹ ਮੇਰਾ ਪਤੀ ਹੈ। ਬਾਬਾ ਬਚਿੱਤਰ ਸਿੰਘ ਜੀ ਦੂਸਰੇ ਦਿਨ ਚੜ੍ਹਾਈ ਕਰ ਗਏ। ਉਹਨਾਂ ਨੇ ਸਰੀਰ ਤਿਆਗ ਦਿੱਤਾ ਸੀਗਾ। ਉਹਨਾਂ ਦਾ ਸੰਸਕਾਰ ਵੀ ਉੱਥੇ ਕੀਤਾ ਗਿਆ। ਤੇ ਸਾਧ ਸੰਗਤ ਬੀਬੀ ਮੁਮਤਾਜ਼ ਉਹਨਾਂ ਨੇ ਸਾਰੀ ਉਮਰ ਵਿਆਹ ਨਹੀਂ ਕਰਾਇਆ। ਤੇ ਇਸ ਪ੍ਰਕਾਰ ਉੱਥੇ ਉਹਨਾਂ ਦਾ ਸਥਾਨ ਜਿਹੜਾ ਸ਼ਸ਼ੋਭਤ ਹੈ, ਨਿਹੰਗਾਂ ਨੂੰ ਰਹਿੰਦੀ ਦੁਨੀਆ ਤੱਕ ਸਿੱਖ ਪੰਥ ਯਾਦ ਕਰੇਗਾ। ਸਤਿਗੁਰੂ ਜੀ ਜਦੋਂ ਇੱਥੋਂ ਅੱਗੇ ਗਏ ਤੇ ਕਹਿੰਦੇ ਤੋ ਸਤਿਗੁਰੂ ਲੰਘ ਨਦਰ ਪਸਾਰੀ। ਇੱਥੋਂ ਅੱਗੇ ਇੱਕ ਹੋਰ ਕੌਤਕ ਵਰਤਿਆ, ਗੁਰਦੁਆਰਾ ਭੱਠਾ ਸਾਹਿਬ। ਮਹਾਰਾਜ ਜਦੋਂ ਗੁਰਦੁਆਰਾ ਭੱਠਾ ਸਾਹਿਬ ਪਹੁੰਚੇ ਨਾ, ਤੇ ਉੱਥੇ ਹਜ਼ੂਰ ਕਹਿਣ ਲੱਗੇ ਵੀ ਸਾਨੂੰ ਕੋਈ ਜਗ੍ਹਾ ਚਾਹੀਦੀ ਹੈ। ਹੁਣ ਮਜ਼ਦੂਰ ਉੱਥੇ ਕੰਮ ਕਰਦੇ ਸਨ, ਤੇ ਬਚਨ ਇਤਿਹਾਸ ਵਿੱਚ ਲਿਖਿਆ ਹੋਇਆ ਕਿ ਉਹ ਚੂਨਾ ਬਣਾਉਂਦੇ ਸਨ, ਰੋੜੇ ਸਾੜ ਕੇ ਨਾ ਉਹਦੇ ਵਿੱਚ। ਤੇ ਸਤਿਗੁਰੂ ਕਹਿਣ ਲੱਗੇ ਕੋਈ ਜਗ੍ਹਾ ਹੈ ਇੱਥੇ, ਕੋਈ ਹਵੇਲੀ ਹੈ, ਕੋਈ ਗੜ੍ਹ ਹੈ? ਕਹਿੰਦੇ ਮਹਾਰਾਜ ਹੋਰ ਤਾਂ ਕੁਝ ਨਹੀਂ, ਭੱਠਾ ਹੀ ਹੈ ਸਾਡੇ ਕੋਲ, ਇਹਦੇ ਵਿੱਚ ਲੁਕ ਜਾਓ। ਮਹਾਰਾਜ ਸਣੇ ਘੋੜੇ ਪੱਠੇ ਵਿੱਚ ਜਦੋਂ ਪ੍ਰਵੇਸ਼ ਹੋ ਗਏ ਨਾ, ਤੇ ਭੱਠਾ ਠੰਡਾ ਹੋ ਗਿਆ। ਮਹਾਰਾਜ ਦੇ ਘੋੜੇ ਨੇ ਜਦੋਂ ਪੌੜ ਪਾਏ, ਉਹ ਤਪਦਾ ਭੱਠਾ ਠੰਡਾ ਹੋ ਗਿਆ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਵੀ ਇਹ ਵੀ ਜਗ੍ਹਾ ਠੀਕ ਨਹੀਂ ਜੰਗ ਕਰਨ ਵਾਸਤੇ। ਇੱਥੋਂ ਹਜ਼ੂਰ ਜੀ ਫਿਰ ਅੱਗੇ ਚਲੇ ਗਏ, ਤੇ ਚਲਦਿਆਂ ਫਿਰ ਚਮਕੌਰ ਸਾਹਿਬ ਨਗਰ ਜਿਹੜਾ ਹੈ, ਇੱਥੇ ਹਜ਼ੂਰ ਸੱਚੇ ਪਾਤਸ਼ਾਹ ਜੀ ਪਹੁੰਚੇ। ਤੇ ਹਜ਼ੂਰ ਨੇ ਚਮਕੌਰ ਪਿੰਡ ਦੇ ਵਿੱਚ ਇੱਕ ਉੱਚੀ ਅਟਾਰੀ ਵੇਖੀ ਹੈ। ਦੇਖੀ ਚਮਕੌਰ ਉੱਚੀ ਅਟਾਰੀ। ਇਸ ਤਰ੍ਹਾਂ ਹਜ਼ੂਰ ਜੀ ਨੇ ਚਮਕੌਰ ਸਾਹਿਬ ਦੇ ਵਿੱਚ ਜਦੋਂ ਉੱਚੀ ਅਟਾਰੀ ਵੇਖੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਿੰਘਾਂ ਨੂੰ ਨਾਲ ਲੈ ਕੇ ਸਵਾਰੀ ਕਰਕੇ ਉਧਰ ਨੂੰ ਚਲੇ ਗਏ ਹਨ। ਨਗਰ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਕ ਭਾਰੀ ਹਵੇਲੀ ਵੇਖੀ ਹੈ। ਰਾਓ ਫਕਰ ਬਾਹਰੋਂ ਲਿਓ ਹਵੇਲੀ ਲੈ ਖੁਲਵਾਏ। ਜਿਹੜਾ ਰਾਓ ਸੀ, ਠਾਕੁਰ ਸੀ, ਹਵੇਲੀ ਦਾ ਮਾਲਕ ਸੀਗਾ। ਗੁਰੂ ਸਾਹਿਬ ਜੀ ਨੇ ਉਹਨੂੰ ਬਾਂਹ ਪਕੜ ਕੇ ਤੇ ਹਵੇਲੀ ਵਿੱਚ ਲਿਜਾ ਕੇ ਤੇ ਹਵੇਲੀ ਉਹਦੇ ਕੋਲੋਂ ਖੁਲਾ ਲਈ। ਇਹ ਬਚਨ ਇਸ ਤਰ੍ਹਾਂ ਵੀ ਪੜ੍ਹਨ ਦੇ ਵਿੱਚ ਆਇਆ ਕਿ ਉਹਦਾ ਭਰਾ ਸੀਗਾ, ਜਿਹਦੀ ਹਵੇਲੀ ਸੀ ਉਹਦਾ ਭਰਾ ਸੀ। ਤੇ ਉਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਮਿਲੇ ਨਾ ਹਵੇਲੀ ਤੋਂ ਬਾਹਰ, ਤੇ ਉਹਨੇ ਆਖਿਆ ਮਹਾਰਾਜ ਵੀ ਮੇਰੇ ਭਰਾ ਨੇ ਜ਼ਬਰਦਸਤੀ ਮੈਨੂੰ ਬਾਹਰ ਕੱਢ ਦਿੱਤਾ। ਉਹ ਗੁਰੂ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਗਿਆ, ਤੇ ਹਵੇਲੀ ਵਿੱਚ ਇੱਕ ਛੋਟੀ ਜੀ ਬਾਰੀ ਸੀ, ਕਹਿ ਲਓ ਛੋਟੀ ਜੀ ਮੋਰੀ ਜਾਂ ਦਰਵਾਜ਼ਾ ਸੀ। ਉਸ ਰਾਹੀਂ ਗੁਰੂ ਸਾਹਿਬ ਜੀ ਨੂੰ ਅੰਦਰ ਲੈ ਕੇ ਗਿਆ, ਤੇ ਹਜ਼ੂਰ ਨੇ ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਦਿੱਤੀਆਂ, ਤੇ ਇਸ ਤਰ੍ਹਾਂ ਬਾਂਹ ਤੋਂ ਪਕੜ ਕੇ ਹਵੇਲੀ ਖੁਲਵਾ ਲਈ ਹਜ਼ੂਰ ਨੇ। ਸਤਿਗੁਰੂ ਕਹਿੰਦੇ ਅਸੀਂ ਜੰਗ ਕਰਨਾ, ਸਾਨੂੰ ਚਾਹੀਦੀ ਹੈ। ਉਹਨਾਂ ਨੂੰ ਹਵੇਲੀ ਲੈਣ ਦੇ ਬਦਲੇ ਸੋਨੇ ਦੀਆਂ ਮੋਹਰਾਂ ਕਲਗੀਧਰ ਦਸ਼ਮੇਸ਼ ਪਿਤਾ ਨੇ ਦਿੱਤੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਕੁਝ ਕੁ ਜਿਹੜੇ ਸਿੰਘ ਸਾਨੂੰ ਹਵੇਲੀ ਦੇ ਅੰਦਰ ਪ੍ਰਵੇਸ਼ ਕਰ ਗਏ ਹਨ। ਇਸ ਤਰ੍ਹਾਂ ਦੋਏ ਸਾਹਿਬਜ਼ਾਦੇ ਰਲਵਾਏ, ਤੇ ਦੋ ਸਾਹਿਬਜ਼ਾਦੇ ਵੀ ਹਜ਼ੂਰ ਦੇ ਨਾਲ ਹਨ।
ਇਸ ਪ੍ਰਕਾਰ ਜਿਹੜੇ ਮਲੇਰੀਅਨ ਸਨ, ਮਲੇਰੀਅਨ ਦਾ ਭਾਵ ਜਿਹੜੇ ਮਲੇਰਕੋਟਲੇ ਵਾਲੇ ਸਨ, ਉਹਨਾਂ ਨੇ ਆ ਕੇ ਇਸ ਗੜੀ ਨੂੰ, ਕੱਚੀ ਗੜੀ ਨੂੰ ਘੇਰਾ ਪਾ ਲਿਆ ਹੈ। ਦਾਣਾ ਕਿਛ ਉਸ ਮਧ ਥਾਇਓ। ਇਸ ਪ੍ਰਕਾਰ ਕੱਚੀ ਗੜੀ ਦੇ ਅੰਦਰ ਕੋਈ ਦਾਣਾ ਆਦਿਕ ਵੀ ਨਹੀਂ ਸੀ, ਕੋਈ ਅੰਨ ਨਹੀਂ ਸੀ, ਕੋਈ ਪਦਾਰਥ ਨਹੀਂ ਸੀ ਵੀ ਸਿੰਘ ਲੰਗਰ ਛਕ ਸਕਣ। ਇੱਕ ਤਾਂ ਆਨੰਦਪੁਰ ਸਾਹਿਬ ਤੋਂ ਕਈ ਮਹੀਨਿਆਂ ਦੇ ਭੁੱਖੇ ਭਾਣੇ, ਫਿਰ ਜੰਗ ਕਰਦੇ ਕਰਦੇ ਇੱਥੇ ਚਮਕੌਰ ਸਾਹਿਬ ਪਹੁੰਚੇ ਹਨ ਤੇ ਨਾ ਹੀ ਉੱਥੇ ਕੋਈ ਲੜਾਈ ਕਰਨ ਦਾ ਕੋਈ ਪੈਂਤਰਾ ਸੀ, ਨਾ ਕੋਈ ਜੁਗਤ ਬਣ ਸਕਦੀ ਸੀ, ਕਿਉਂਕਿ ਉਹ ਜਿਹੜੀ ਕੱਚੀ ਗੜੀ ਸੀਗੀ, ਕੱਚੀ ਹਵੇਲੀ ਸੀ, ਉਹ ਲੜਾਈ ਕਰਨ ਵਾਸਤੇ ਨਹੀਂ ਸੀ। ਉੱਥੇ ਇੱਕ ਪਰਿਵਾਰ ਰਹਿੰਦਾ ਸੀ, ਲੜਾਈ ਕਰਨ ਵਾਸਤੇ ਨਹੀਂ ਸੀ ਬਣੀ। ਤੇ ਇਸ ਪ੍ਰਕਾਰ ਕੋਈ ਮੋਰਚਾਬੰਦੀ ਵੀ ਨਹੀਂ ਸੀ ਉਹਦੇ ਵਿੱਚ। ਇਧਰ ਤੁਰਕਾਂ ਦੀਆਂ ਫੌਜਾਂ ਜਿਹੜੀਆਂ ਨੇ ਉਹ ਹੌਲੀ ਹੌਲੀ ਨੇੜੇ ਆ ਗਈਆਂ ਤੇ ਕੰਧਾਂ ਦੇ ਚਾਰ ਚਫੇਰੇ ਉਹਨਾਂ ਨੇ ਯਤਨ ਕੀਤਾ ਵੀ ਅਸੀਂ ਚੜ੍ਹ ਕੇ ਵਿੱਚ ਵੜ ਜਾਈਏ। ਤੇ ਇਤਿਹਾਸਕਾਰ ਭਾਈ ਸੰਤੋਖ ਸਿੰਘ ਜੀ ਨੇ ਜਿਹੜਾ ਬਚਨ ਲਿਖਿਆ 20 ਲੱਖ ਫੌਜ ਦਾ ਉਹ ਜ਼ਿਕਰ ਕਰਦੇ ਨੇ। ਪਰ ਜਿਹੜੀ ਚਮਕੌਰ ਸਾਹਿਬ ਤੇ ਫੌਜ ਚੜ੍ਹ ਕੇ ਆਈ, 10ਵੇਂ ਪਾਤਸ਼ਾਹ ਜੀ ਦੀ ਬਾਣੀ ਸ੍ਰੀ ਜਫਰਨਾਮਾ ਸਾਹਿਬ ਪੜ੍ਹੀਏ ਤੇ 10 ਲੱਖ ਫੌਜ ਦਾ ਸਤਿਗੁਰੂ ਜ਼ਿਕਰ ਕਰਦੇ ਵੀ 10 ਲੱਖ ਫੌਜ ਚੜ੍ਹ ਕੇ ਆਈ ਸੀ। ਇੱਥੇ ਚਾਰ ਚਫੇਰੇ ਤੋਂ ਫੌਜ ਚੜ੍ਹ ਕੇ ਆਈ, ਉਹਦੀ ਗਿਣਤੀ 10 ਲੱਖ ਸੀ। ਤੇ ਭਾਈ ਸੰਤੋਖ ਸਿੰਘ ਜੀ ਨੇ ਬਚਨ ਲਿਖੇ ਨੇ ਵੀ ਜਦੋਂ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਿਆ ਸੀ ਉਦੋਂ ਖੈਰ 10 ਲੱਖ ਦੀ ਹੀ ਫੌਜ ਸੀ, ਪਰ ਬਾਅਦ ਵਿੱਚ ਔਰੰਗਜ਼ੇਬ ਨੇ 10 ਲੱਖ ਦੀ ਫੌਜ ਬਾਅਦ ਵਿੱਚ ਭੇਜੀ ਗੁਰੂ ਸਾਹਿਬ ਦੇ ਮਗਰ ਵੀ ਜਿਉਂਦਾ ਪਕੜ ਕੇ ਲੈ ਕੇ ਆਓ ਮੇਰੇ ਪਾਸ, ਚਾਹੇ ਜਿਉਂਦਾ ਲਿਆਓ ਚਾਹੇ ਸ਼ਹੀਦ ਕਰਕੇ ਲੈ ਕੇ ਆਓ। ਉਹਦੀ ਜਿੱਦ ਸੀ ਇਸ ਗੱਲ 'ਤੇ, ਉਹ ਬਜਿੱਦ ਹੋਈ ਬੈਠਾ ਸੀਗਾ। ਖੈਰ ਜਿਹੜੇ 10ਵੇਂ ਪਾਤਸ਼ਾਹ ਦੇ ਬਚਨ ਜਫਰਨਾਮੇ ਦੇ ਨੇ ਉਹਦੇ ਮੁਤਾਬਕ 10 ਲੱਖ ਦੀ ਫੌਜ ਸੀ। ਤੇ ਉਸ ਫੌਜ ਨੇ ਆ ਕੇ ਇੱਕ ਬਚਨ ਆਖਿਆ, ਇਹ ਕੱਚੀ ਗੜੀ ਵਿੱਚ ਅਸੀਂ ਜੇਕਰ ਸਾਰੇ ਜਾਣੇ ਇੱਕ ਇੱਕ ਮੁੱਠੀ ਰੇਤ ਦੀ ਭਰ ਕੇ ਪਾ ਦਈਏ ਤੇ ਇਹ ਗੜੀ ਦੱਬ ਜਾਏਗੀ। ਇਹ ਸਿੰਘ ਸਾਡੇ ਮੂਹਰੇ ਕੀ ਨੇ, ਕਿੰਨੇ ਕੁ ਹੋਣਗੇ। ਇਸ ਤਰ੍ਹਾਂ ਉਹ ਇਕੱਠੇ ਹੋ ਕੇ ਇਹਨਾਂ ਤੇ ਕੱਚੀ ਗੜੀ ਦੇ ਨੇੜੇ ਆ ਗਏ, ਕੰਧਾਂ ਦੇ ਉੱਪਰ ਚੜ੍ਹਨ ਦਾ ਯਤਨ ਕਰਦੇ ਹਨ। ਅੱਗੋਂ ਖਾਲਸੇ ਨੇ ਸ਼ਸਤਰ ਚਲਾਣੇ ਸ਼ੁਰੂ ਕਰ ਦਿੱਤੇ, ਵੈਰੀਆਂ ਤੇ ਹਮਲਾ ਕਰ ਦਿੱਤਾ ਹੈ। ਇਸ ਪ੍ਰਕਾਰ ਜਿਹੜੇ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨਾਲ ਬਚੇ ਸਨ ਉਹ ਜੰਗ ਕਰ ਰਹੇ ਨੇ। ਇੱਥੇ 40 ਸਿੰਘਾਂ ਦਾ ਜ਼ਿਕਰ ਆਉਂਦਾ ਵੀ 40 ਸਿੰਘ ਸਤਿਗੁਰੂ ਮਹਾਰਾਜ ਜੀ ਦੇ ਨਾਲ ਸਨ, ਸ਼ਹੀਦ ਹੋਏ। ਪਰ 40 ਸਿੱਖ ਸ਼ਹੀਦ ਹੋਏ, ਭਾਈ ਦਇਆ ਸਿੰਘ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੋਂ ਬਾਹਰ ਗਏ ਸਨ। ਯਾਨੀ ਕਿ 44 ਸੀ ਟੋਟਲ ਗਿਣਤੀ ਤੇ 40 ਸਿੱਖਾਂ ਦੀ ਸ਼ਹਾਦਤ ਹੋਈ ਤੇ 4 ਜਾਣੇ ਇਸ ਹਵੇਲੀ ਤੋਂ ਸਤਿਗੁਰੂ ਜੀ ਦੇ ਸਮੇਤ ਬਾਹਰ ਗਏ। ਤੇ ਭਾਈ ਰਤਨ ਸਿੰਘ ਜੀ ਨੇ ਗਨੀ ਖਾਂ ਤੇ ਨਬੀ ਖਾਂ ਦਾ ਵੀ ਥੋੜਾ ਜ਼ਿਕਰ ਕੀਤਾ ਵੀ ਉਹ ਵੀ ਇੱਥੇ ਸਨ। ਭਾਈ ਰਤਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਉਹਦਾ ਜ਼ਰੂਰ ਜ਼ਿਕਰ ਕੀਤਾ, ਅੱਗੇ ਜਾ ਕੇ ਉਹ ਵੀ ਪ੍ਰਕਰਨ ਆਵੇਗਾ। ਇਸ ਪ੍ਰਕਾਰ ਗਿਣਤੀ ਦੇ ਜਿਹੜੇ ਸਿੱਖ ਨੇ ਮੈਦਾਨੇ ਜੰਗ ਵਿੱਚ 10 ਲੱਖ ਫੌਜਾਂ ਦੇ ਨਾਲ ਜੂਝਦੇ ਹਨ। ਜਿਹੜੇ ਕੰਧਾਂ ਦੇ ਨੇੜੇ ਆ ਗਏ ਸਨ, ਸਿੰਘਾਂ ਨੇ ਸ਼ਸਤਰਾਂ ਦੇ ਨਾਲ ਮਾਰ ਕੇ ਉਹ ਪਠਾਨ ਪਿੱਛੇ ਹਟਾ ਦਿੱਤੇ ਹਨ। ਇਹਨੇ ਨੂੰ ਜਿਹੜਾ ਨਾਰ ਖਾਂ ਸੀਗਾ ਉਹ ਸਾਧ ਸੰਗਤ ਜੀ ਗੜੀ ਦੇ ਨੇੜੇ ਆ ਗਿਆ ਜੰਗ ਕਰਨ ਵਾਸਤੇ। ਸਾਧ ਸੰਗਤ ਜੀ ਪੁੱਛਦਾ ਆਇਆ ਵੀ ਗੁਰੂ ਸਾਹਿਬ ਕਿੱਥੇ ਨੇ। ਮਹਾਰਾਜ ਜਫਰਨਾਮੇ ਵਿੱਚ ਲਿਖਦੇ ਵੀ ਬੜੀ ਤੇਜ਼ੀ ਦੇ ਨਾਲ ਸ਼ਸਤਰ ਚਲਾਉਂਦਾ, ਵਾਹੁੰਦਾ ਹੋਇਆ ਬਿਜਲੀ ਵਾਂਗੂ ਚਮਕਦਾ ਗੜੀ ਵੱਲ ਵਧਿਆ ਤੇ ਪੁੱਛਦਾ ਆਉਂਦਾ ਵੀ ਕਿੱਥੇ ਹਨ ਗੁਰੂ ਗੋਬਿੰਦ ਸਿੰਘ ਜੀ। ਕਹਿਣ ਲੱਗਾ ਮੈਨੂੰ ਦੱਸੋ ਕਿੱਥੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਮੈਂ ਹੁਣੇ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਾਂ ਜਾਂ ਜੰਗ ਵਿੱਚ ਮਾਰ ਦਿਆਂ। ਜਦੋਂ ਗੜੀ ਦੇ ਨੇੜੇ ਆਇਆ ਤੇ ਸਤਿਗੁਰੂ ਉੱਪਰ ਮੋਮਟੀ ਤੇ ਖੜੇ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉੱਚੀ ਆਵਾਜ਼ ਵਿੱਚ ਨਾਰ ਖਾਂ ਨੂੰ ਆਵਾਜ਼ ਮਾਰੀ ਹੈ। ਸਤਿਗੁਰੂ ਕਹਿੰਦੇ ਨਾਰ ਖਾਂ ਅਸੀਂ ਇੱਥੇ ਆ, ਥੋੜਾ ਤਕੜਾ ਹੋ ਜਾ, ਹੁਣ ਤੀਰ ਤੇਰੇ ਵੱਲ ਆ ਰਿਹਾ ਹੈ। ਉਹਨੇ ਸੋਚਿਆ ਵੀ ਮੇਰਾ ਇਹ ਕੀ ਵਿਗਾੜ ਲੈਣਗੇ, ਸਾਰੇ ਸਰੀਰ ਉੱਪਰ ਸੰਜੋ ਪਹਿਨੀ ਹੋਈ ਹੈ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ ਤੀਰ ਮਾਰਿਆ ਤੇ ਸੰਜੋ ਨੂੰ ਪਾੜਦਾ ਹੋਇਆ ਸਰੀਰ ਵਿੱਚੋਂ ਬਾਹਰ ਨਿਕਲ ਗਿਆ ਹੈ। ਗਇਓ ਦੁਵਲੋ ਪਾਰ ਸੁ ਹੋਏ
ਇਸ ਤਰ੍ਹਾਂ ਤੀਰ ਮਾਰਿਆ ਦਸ਼ਮੇਸ਼ ਪਿਤਾ ਜੀ ਨੇ ਸੰਜੋ ਪਾੜ ਦਿੱਤੀ। ਆਮ ਬੰਦਾ ਤੀਰ ਮਾਰੇ ਨਾ, ਸੰਜੋ ਤਾਂ ਕਦੇ ਫਟ ਹੀ ਨਹੀਂ ਸਕਦੀ, ਤੀਰ ਦੇ ਨਾਲ ਲੋਹਾ ਹੁੰਦਾ ਨਾ ਨੀਰਾ, ਜੇ ਕੋਈ ਥੋੜੀ ਤਾਕਤ ਲਾ ਲੇ ਤੇ ਸੰਜੋ ਵੀ ਪਾੜ ਦੇ, ਪਰ ਤੀਰ ਸਰੀਰ ਚੋਂ ਬਾਹਰ ਨਹੀਂ ਨਿਕਲਦਾ। ਪਰ ਮਹਾਰਾਜ ਦਸਵੇਂ ਪਾਤਸ਼ਾਹ ਨੇ ਜਦੋਂ ਤੀਰ ਮਾਰਿਆ ਤੇ ਨਾਰ ਖਾਂ ਦੇ ਸਰੀਰ ਵਿੱਚੋਂ ਸੰਜੋ ਪਾੜਦਾ ਹੋਇਆ ਤੀਰ ਧਰਤੀ 'ਚ ਜਾ ਨਿਕਲਿਆ, ਧਰਤੀ ਦੇ ਵਿੱਚ ਗੱਡਿਆ ਗਿਆ। ਇਸ ਤਰ੍ਹਾਂ ਮਹਾਰਾਜ ਨੇ 9 ਟੰਕੀ ਕਮਾਨ ਹੁੰਦੀ ਸੀ ਗੁਰੂ ਸਾਹਿਬ ਦੇ ਕੋਲ, ਉਹਦੇ ਉੱਤੇ ਜਦੋਂ ਕਈ ਪਾਉਂਡ ਵੇਟ ਪੈਂਦਾ ਨਾ, ਵਜ਼ਨ ਪੈਂਦਾ, ਉਹ ਤਾਂ ਝੁਕਦੀ ਸੀ। 9 ਟੰਕੀ ਕਮਾਨ ਦਸਵੇਂ ਪਾਤਸ਼ਾਹ ਦੀ। ਇਹ ਨਹੀਂ ਵੀ ਉਹਦੇ ਵਿੱਚ 9 ਟੰਕੀ ਕਮਾਨ ਵਿੱਚ ਵੇਟ ਬਹੁਤ ਜ਼ਿਆਦਾ ਹੁੰਦਾ, ਐਸਾ ਨਹੀਂ। ਉਹ ਕਮਾਨ ਵੇਖਣ ਨੂੰ ਹੌਲੀ ਲੱਗਦੀ ਹੈ, ਪਰ ਉਸ ਕਮਾਨ ਦੇ ਵਿੱਚ ਉਹਨੂੰ ਜੇ ਆਪਾਂ ਕਮਾਨ ਨੂੰ ਝੁਕਾਉਣਾ ਹੋਵੇ ਨਾ, ਤੇ ਤੰਦੀ ਜਿਹੜਾ ਚੱਲਾ ਹੁੰਦਾ ਹੈ, ਜਦੋਂ ਉਹਦੇ ਉੱਤੇ ਇੰਨਾ ਜ਼ਿਆਦਾ ਵਜ਼ਨ ਪੈਂਦਾ ਨਾ, ਤੇ ਤਾਂ ਉਹ ਝੁਕਦੀ ਹੈ। ਉਹ ਕੇਵਲ ਦਸਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਲਾ ਸਕਦੇ ਸਨ, ਕੋਈ ਹੋਰ ਉਹ ਕਮਾਨ ਨਹੀਂ ਸੀ ਚਲਾ ਸਕਦਾ। ਮੈਨੂੰ ਹੁਣ ਬਚਨ ਵੈਸੇ ਵਿਸਰ ਗਿਆ, ਕਿਸੇ ਸਿੰਘ ਨੇ ਦੱਸਿਆ ਸੀ ਕਰੀਬਨ ਸ਼ਾਇਦ 200 ਦੇ ਲਾਗੇ ਤਾਗੇ ਜਦੋਂ ਉਹਦੇ ਉੱਤੇ ਵੇਟ ਪੈਂਦਾ ਨਾ, ਉਹ ਫਿਰ ਕਿਤੇ ਕਮਾਨ ਝੁਕਦੀ ਹੈ। ਤੇ ਇਹੋ ਜੀ ਕਮਾਨ ਵਿੱਚੋਂ ਨਿਕਲਿਆ ਹੋਇਆ ਤੀਰ ਕਿਤੇ ਖੜਦਾ, ਤੇ ਉਹ ਵੀ ਜੇ ਤੀਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿਤੇ ਚਲਾਵਣ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 9 ਟੰਕੀ ਕਮਾਨ ਵਿੱਚੋਂ ਛੱਡਿਆ ਤੀਰ, ਤੇ ਨਾਰ ਖਾਂ ਦੀ ਛਾਤੀ ਪਾੜਦਾ ਹੋਇਆ ਪਾਰ ਲੰਘਿਆ ਹੈ। ਝੂਮਦਾ ਹੋਇਆ ਨਾਰ ਖਾਂ ਧਰਤੀ ਉੱਪਰ ਜਾ ਡਿੱਗਿਆ ਹੈ। ਸਾਧ ਸੰਗਤ ਜੀ ਕਹਿੰਦੇ ਉਸ ਵਕਤ ਜਦੋਂ ਨਾਰ ਖਾਂ ਧਰਤੀ ਦੇ ਉੱਪਰ ਜਾ ਡਿੱਗਿਆ ਤੇ ਫੌਜਾਂ ਦੇ ਵਿੱਚ 4 ਚਫੇਰੇ ਕਹਿੰਦੇ ਹਫੜਾ ਦਫੜੀ ਮਚ ਗਈ ਹੈ। ਆਏ ਜੋ ਨਾਹਰ ਸਾਥ ਤੇ ਸੋ ਬਹੁ ਦਿਨੇ ਮਾਰ। ਨਾਰ ਖਾਂ ਦੀ ਜਿਹੜੀ ਲੋਥ ਸੀ, ਜਿਹੜੀ ਉਹ ਗੜੀ ਸੀ, ਉਹ ਕੰਧ ਦੇ ਕੋਲ ਡਿੱਗ ਪਈ, ਤੇ ਹੁਣ ਉਹਦੀ ਲੋਥ ਚੁੱਕਣ ਵਾਸਤੇ ਉਹਦੇ ਜਿਹੜੇ ਸਿਪਾਹੀ ਸਨ ਉਹ ਨੇੜੇ ਆਉਂਦੇ ਵੀ ਅਸੀਂ ਉਹਦੀ ਲੋਥ ਚੁੱਕ ਲਈਏ। ਤੇ ਉੱਪਰ ਮਹਾਰਾਜ ਬੈਠੇ ਸਨ, ਜਦੋਂ ਲੋਥ ਲੈਣ ਵਾਸਤੇ ਆਉਂਦੇ ਤੇ ਗੁਰੂ ਸਾਹਿਬ ਨੇ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੱਤਾ। ਇਸ ਪ੍ਰਕਾਰ ਕੁਝ ਕੁ ਗੁਰੂ ਕੇ ਸਿੰਘਾਂ ਨੇ, ਗੁਰੂ ਕੇ ਖਾਲਸੇ ਨੇ ਉਹ ਵੈਰੀ ਜਿਹੜੇ ਸੋਧ ਦਿੱਤੇ, ਤੇ ਕੁਝ ਕੁ ਵੈਰੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੀਰ ਮਾਰ ਕੇ ਸੋਧ ਦਿੱਤੇ ਹਨ। ਹੁਣ ਉਹਦਾ ਜਿਹੜਾ ਬਿਰਾਦਰ ਸੀਗਾ, ਫਾਰਸੀ ਦਾ ਇਹ ਸ਼ਬਦ ਹੈ, ਬਿਰਾਦਰ ਭਰਾ ਨੂੰ ਕਹਿੰਦੇ ਨੇ, ਉਹਦਾ ਜਿਹੜਾ ਭਰਾ ਸੀਗਾ ਤੇ ਜਿਹਦਾ ਨਾਮ ਸੀ ਖਵਾਜਾ ਖਿਜਰ, ਜਿਹਨੂੰ ਦਸਵੇਂ ਪਾਤਸ਼ਾਹ ਜੀ ਨੇ ਜਫਰਨਾਮੇ ਵਿੱਚ ਖਵਾਜਾ ਮਰਦੂਦ ਲਿਖਿਆ ਹੈ। ਤੇ ਜਦੋਂ ਉਹਨੂੰ ਖਬਰ ਮਿਲੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਤਰ੍ਹਾਂ ਮੇਰਾ ਭਰਾ ਮੈਦਾਨੀ ਜੰਗ ਵਿੱਚ ਨਾਰ ਖਾਂ ਮਾਰ ਦਿੱਤਾ ਹੈ, ਉਹ ਖਵਾਜਾ ਖਿਜਰ ਭਾਵ ਖਵਾਜਾ ਮਰਦੂਦ ਆਪਣੇ ਆਪ ਨੂੰ ਬੜਾ ਬਹਾਦਰ ਯੋਧਾ ਖਵਾਉਂਦਾ ਹੈ। ਸਾਧ ਸੰਗਤ ਜੀ, ਭਾਈ ਰਤਨ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਉਹ ਚੜ੍ਹ ਕੇ ਆਇਆ ਜਿਵੇਂ ਕੋਈ ਮਸਤ ਹਾਥੀ ਚੜ੍ਹ ਕੇ ਆਉਂਦਾ ਹੈ। ਪਰ ਜਦੋਂ ਉਹਨੇ ਵੇਖਿਆ ਨਾਰ ਖਾਂ ਦੀ ਲੋਥ ਮੂਹਰੇ ਪਈ ਹੋਈ ਹੈ, ਵੇਖ ਕੇ ਖਵਾਜਾ ਮਰਦੂਦ ਦਾ ਜਿਹੜਾ ਮੁਖ ਸੀ ਉਹ ਪੀਲਾ ਪੈ ਗਿਆ, ਅੰਦਰ ਦੀ ਬਹਾਦਰੀ, ਅੰਦਰ ਦੀ ਤਾਕਤ ਖਤਮ ਹੋ ਗਈ ਹੈ। ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ਼ੇਰ ਦੇ ਵਾਂਗੂ ਕਹਿੰਦੇ ਉੱਪਰ ਚਮਕੌਰ ਦੀ ਗੜੀ ਤੇ ਮੌਮਟੀ ਤੇ ਬੈਠੇ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵੇਖਿਆ ਤੇ ਹਜ਼ੂਰ ਦਸਵੇਂ ਪਾਤਸ਼ਾਹ ਜਫਰਨਾਮੇ ਵਿੱਚ ਵੀ ਲਿਖਦੇ ਵੀ ਬੁਝਦਿਲ ਬਣ ਗਿਆ, ਸਾਨੂੰ ਵੇਖਦਿਆਂ ਸਾਰ ਵੀ ਕਿਤੇ ਮੇਰੇ ਨਾਲ ਇੱਕ ਤੀਰ ਵੱਜ ਜਾਵੇ। ਸ਼ਰਮਿੰਦਾ ਜਿਹਾ ਹੋ ਕੇ ਤੇ ਉਹਨੇ ਆਪਣਾ ਸਿਰ ਕੰਧ ਦੇ ਵਿੱਚ ਲੁਕੋ ਲਿਆ, ਭਾਵ ਕੰਧ ਦੇ ਨਾਲ ਜਾ ਲੱਗਿਆ ਵੀ ਮੇਰੇ ਤੀਰ ਨਾ ਕਿਤੇ ਵੱਜ ਜਾਵੇ। ਸਤਿਗੁਰੂ ਆਵਾਜ਼ਾਂ ਮਾਰ ਦਿਓ ਗੀਦੀਆ, ਬਾਹਰ ਨਿਕਲ, ਤੇਰਾ ਭਰਾ ਤਾਂ ਯੋਧਾ ਸੀ ਜਿਹੜਾ ਸਾਹਮਣੇ ਆ ਕੇ ਮੈਦਾਨੇ ਜੰਗ ਵਿੱਚ ਜੂਝ ਗਿਆ। ਬਹਾਦਰੀ ਦੀਆਂ ਗੱਲਾਂ ਕਰਨੀਆਂ ਸੌਖੀਆਂ ਨੇ, ਗੀਦੀਆ ਸਾਹਮਣੇ ਆ ਕੇ ਸਾਡੇ ਨਾਲ ਜੰਗ ਕਰ। ਸਤਿਗੁਰੂ ਉੱਥੇ ਬੈਠੇ ਲਲਕਾਰਦੇ ਨੇ ਖਵਾਜਾ ਮਰਦੂਦ ਨੂੰ। ਸਤਿਗੁਰੂ ਕਹਿੰਦੇ ਸਨਮੁਖ ਆਓ, ਇੱਕ ਦੂਜੇ ਦੇ ਨਾਲ ਵਿਚਾਰ ਕਰਦੇ ਆ, ਸ਼ਸਤਰਾਂ ਨਾਲ ਜੰਗ ਕਰਦੇ ਆ, ਇੱਕ ਦੂਜੇ ਨਾਲ 2 ਹੱਥ ਕਰਕੇ ਵੇਖਦੇ ਆ ਵੀ ਕਿਹੜਾ ਵੱਡਾ ਸੂਰਮਾ ਹੈ। ਇੱਕ ਤਾਂ ਭਰਾ ਦੀ ਲੋਥ ਵੇਖ ਲਈ,
ਤੇ ਦੂਜੀ ਕਲਗੀਧਰ ਜੀ ਦੀ ਦਹਾੜ ਤੇ ਲਲਕਾਰ ਸੁਣ ਕੇ ਉਹਦੇ ਹਵਾਸ ਉੱਡ ਗਏ। ਉਹਦਾ ਮਨ ਨਹੀਂ ਕੀਤਾ ਤੇ ਸਹਿਮ ਕੇ ਕਹਿੰਦੇ ਕੰਧ ਦੇ ਨਾਲ ਜੁੜ ਕੇ ਖਲੋਤਾ ਰਿਹਾ ਹੈ। ਤੀਰ ਸਤਿਗੁਰ ਲਖ ਲਏ। ਉਹਨੇ ਆਪਣੇ ਮਨ ਵਿੱਚ ਜਾਣ ਲਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤੀਰ ਦਾ ਵਾਰ ਕਦੇ ਖਾਲੀ ਨਹੀਂ ਜਾ ਸਕਦਾ। ਇਹ ਗੱਲ ਤਾਂ ਸਾਰੇ ਤੁਰਕੀ ਜਾਣਦੇ ਸਨ ਵੀ ਜਿਹੜਾ ਇੱਕ ਵਾਰ ਉਹਨਾਂ ਦੇ ਤੀਰ ਦੇ ਸਾਹਮਣੇ ਆ ਗਿਆ ਉਹ ਜਿਉਂਦਾ ਨਹੀਂ ਬਚਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤੀਰਾਂ ਦਾ ਪ੍ਰਤਾਪ ਵੀ ਖਵਾਜਾ ਮਰਦੂਦ ਨੇ ਜਾਣਿਆ ਹੈ। ਇਸ ਪ੍ਰਕਾਰ ਕੰਧ ਦੀ ਓਟ ਲੈ ਕੇ ਤੇ ਲੁੱਕ ਕੇ ਉੱਥੇ ਬਹਿ ਗਿਆ ਹੈ। ਹੋਰਾਂ ਨੂੰ ਭੇਜਦਾ ਵੀ ਤੁਸੀਂ ਜਾਓ, ਤੁਸੀਂ ਅੱਗੇ ਜਾ ਕੇ ਵਧੋ ਤੇ ਉੱਥੇ ਜਾ ਕੇ ਮੁਕਾਬਲਾ ਕਰੋ। ਤੇ ਸਾਧ ਸੰਗਤ ਜੀ ਪੌੜੀ ਲਾ ਲਾ ਕੇ ਉੱਤੇ ਚੜਨ ਲੱਗੇ ਤੇ ਕਲਗੀਧਰ ਜੀ ਉੱਤੋਂ ਗੁਰਜ ਮਾਰਦੇ ਨੇ ਤੇ ਪਹਾੜੀਏ ਤੇ ਤੁਰਕਾਂ ਨੂੰ ਮਾਰ ਕੇ ਹੇਠਾਂ ਸੁੱਟ ਦਿੰਦੇ ਨੇ। ਜਫਰਨਾਮੇ ਵਿੱਚ ਮਹਾਰਾਜ ਨੇ ਵੀ ਬਚਨ ਲਿਖਿਆ ਕਿ ਖਵਾਜਾ ਮਰਦੂਦ ਜਿਹੜਾ ਸੀ ਗੀਦੀ ਬੁਜਦਲ ਬਣ ਗਿਆ ਤੇ ਕਿਤੇ ਸਾਡੇ ਸਾਹਮਣੇ ਆਉਂਦਾ ਨਾਰਖਾਂ ਵਾਂਗੂ ਇੱਕ ਤੀਰ ਉਹਨੂੰ ਵੀ ਬਖਸ਼ ਦਿੰਦੇ। ਨਾਰਖਾਂ ਦਾ ਤਾਂ ਭਲਾ ਕਰ ਦਿੱਤਾ ਮਹਾਰਾਜ ਨੇ ਤੀਰ ਮਾਰ ਕੇ, ਪਰ ਖਵਾਜਾ ਮਰਦੂਦ ਨੂੰ ਵੇਖੋ, ਸ਼ਬਦ ਵੇਖੋ ਕਲਗੀਧਰ ਜੀ ਦੇ ਵੀ ਉਹਨੂੰ ਤੀਰ ਬਖਸ਼ ਦਿੰਦੇ। ਇੱਕ ਹੁੰਦਾ ਕਿਸੇ ਨੂੰ ਮਾਰਨਾ ਵੀ ਖਤਮ ਕਰ ਦਿੰਦੇ, ਨਹੀਂ ਕਿਤੇ ਉਹ ਆ ਜਾਂਦਾ ਤੇ ਉਹਦਾ ਵੀ ਭਲਾ ਹੋ ਜਾਂਦਾ, ਇੱਕ ਤੀਰ ਉਹਨੂੰ ਬਖਸ਼ ਦਿੰਦੇ, ਉਹਦਾ ਵੀ ਪਾਰ ਉਤਾਰਾ ਕਰ ਦਿੰਦੇ। ਪਰ ਉਹ ਗੀਦੀ ਜਿਹੜਾ ਸੀਗਾ ਉਹ ਕੰਧ ਦੀ ਓਟ ਲੈ ਕੇ ਲੁਕਿਆ ਰਿਹਾ, ਸਾਹਮਣੇ ਨਹੀਂ ਆਇਆ। ਤੇ ਸਤਿਗੁਰੂ ਕਹਿੰਦੇ ਉਹਨੇ ਆਪਣੀ ਕੁੱਲ ਨੂੰ ਵੀ ਲਾਜ ਲਾ ਦਿੱਤੀ, ਆਪਣੇ ਆਪ ਨੂੰ ਵੱਡਾ ਯੋਧਾ ਅਖਵਾਉਂਦਾ ਸੀ, ਪਰ ਉਹਦਾ ਭਰਾ ਨਾਰਖਾਂ ਅੱਗੇ ਵੱਧ ਕੇ ਲੜਿਆ। ਹੁਣ ਉਹ ਆਪ ਲੁਕਿਆ ਹੋਇਆ ਉੱਥੇ ਘੱਲ ਲਿਆਵੈ ਓਰਨ ਚੋਟ, ਹੋਰਾਂ ਨੂੰ ਭੇਜਦਾ ਅੱਗੇ ਵਧੋ ਜਾ ਕੇ ਲੜੋ ਮੈਦਾਨੇ ਜੰਗ ਵਿੱਚ। ਇਸ ਤਰ੍ਹਾਂ ਆਪ ਨਹੀਂ ਜਾਂਦਾ, ਹੋਰਾਂ ਨੂੰ ਭੇਜਦਾ ਹੈ। ਸਾਧ ਸੰਗਤ ਜੀ ਇੰਨੇ ਨੂੰ ਵਜ਼ੀਰ ਖਾਂ ਸਰਹੰਦ ਦੀ ਫੌਜ ਲੈ ਕੇ ਉਹ ਵੀ ਮੈਦਾਨੇ ਜੰਗ ਵਿੱਚ ਪਹੁੰਚ ਗਿਆ ਹੈ। ਵਜ਼ੀਰ ਖਾਨ ਨੇ ਵੀ ਆ ਕੇ ਚਮਕੌਰ ਦੀ ਗੜ੍ਹੀ ਦੇ ਵਿੱਚ ਭਿਅੰਕਰ ਜੰਗ ਵਰਤਾ ਦਿੱਤਾ ਹੈ। ਇੱਕ ਪਾਸਿਓਂ ਜਿਹੜੇ ਪਹਾੜੀਏ ਉਹ ਵੀ ਚੜ੍ਹ ਕੇ ਆ ਗਏ, ਮਲੇਰਕੋਟਲੀ ਫੌਜ ਆ ਗਈ। ਇਹ ਮਲੇਰਕੋਟਲੇ ਦੇ ਸਿਪਾਹੀ ਸਨ ਖਵਾਜਾ ਖਿਜਰ ਭਾਵ ਖਵਾਜਾ ਮਰਦੂਦ ਤੇ ਨਾਰਖਾਂ। ਇਹ ਮਲੇਰਕੋਟਲੇ ਤੋਂ ਆਪਣੀ ਫੌਜ ਲੈ ਕੇ ਆਏ ਸਨ, ਉੱਥੋਂ ਦੇ ਸਨ। ਵਜ਼ੀਰ ਖਾਂ ਸਰਹੰਦ ਤੋਂ ਫੌਜ ਲੈ ਕਰਕੇ ਆਇਆ ਤੇ ਇਸ ਪ੍ਰਕਾਰ ਪਿੱਛੋਂ ਭੀਮ ਚੰਦ ਰਾਜਾ 22 ਧਾਰ ਦੇ ਪਰਬਤੀ ਪਹਾੜੀ ਲੈ ਕੇ ਉਹ ਵੀ ਚਮਕੌਰ ਦੀ ਗੜ੍ਹੀ ਵਿੱਚ ਆ ਪਹੁੰਚਿਆ ਹੈ। ਉਧਰੋਂ ਲਾਹੌਰ ਤੋਂ ਫੌਜ ਚੜ੍ਹ ਕੇ ਆ ਗਈ ਹੈ। ਇਸ ਪ੍ਰਕਾਰ ਉਹਨਾਂ ਨੇ ਵੀ ਆ ਕੇ ਆਪਣਾ ਬੜਾ ਜ਼ੋਰ ਲਗਾਇਆ ਹੈ। ਉਹਨਾਂ ਨੂੰ ਇਹ ਸੀਗਾ ਵੀ ਅਸੀਂ ਕੱਚੀਆਂ ਕੰਧਾਂ ਤੋੜ ਕੇ ਅੰਦਰ ਵੜ ਜਾਵਾਂਗੇ, ਬਹੁਤਾ ਸਮਾਂ ਨਹੀਂ ਲੱਗੇਗਾ। ਪਰ ਉਹਨਾਂ ਦਾ ਮੁਕਾਬਲਾ ਖਾਲਸੇ ਦੇ ਨਾਲ ਸੀਗਾ, ਬਲ ਲਾ ਕੇ ਰਹਿ ਗਏ, ਪਰ ਉਹ ਚਮਕੌਰ ਦੀ ਗੜ੍ਹੀ ਉਹਨਾਂ ਪਾਸੋਂ ਟੁੱਟ ਨਹੀਂ ਸਕੀ। ਇਸ ਪ੍ਰਕਾਰ ਉਹਨਾਂ ਨੇ ਦੂਰ ਦੂਰ ਡੇਰੇ ਕਰ ਲਏ, ਘੇਰਾ ਪਾ ਲਿਆ ਚਮਕੌਰ ਦੀ ਗੜ੍ਹੀ ਨੂੰ ਜਦੋਂ ਉਹਨਾਂ ਦਾ ਵਸ ਨਹੀਂ ਚੱਲਿਆ, ਕਿਉਂਕਿ ਸਾਰਾ ਦਿਨ ਜੰਗ ਕਰਦੇ ਰਹੇ, ਬੇਵਸ ਹੋ ਗਏ, ਸਿੰਘਾਂ ਦਾ ਕੁਝ ਵਿਗਾੜ ਨਾ ਸਕੇ। ਤੇ ਇਤਿਹਾਸਕਾਰ ਲਿਖਦੇ ਵੀ 3 ਮੀਲ ਪਿੱਛੇ ਡੇਰਾ ਕਰ ਲਿਆ। ਕਿਉਂ? ਕਲਗੀਧਰ ਜੀ ਦੇ ਤੀਰਾਂ ਤੋਂ ਡਰਦੇ ਹੋਏ। ਉਹਨਾਂ ਨੂੰ ਪਤਾ ਸੀ ਵੀ ਬੜੀ ਦੂਰ ਤੱਕ ਤੀਰ ਜਾਂਦੇ ਨੇ ਮਹਾਰਾਜ ਦੇ, ਤੇ ਡਰਦੇ ਮਾਰੇ ਇਹਨਾਂ ਦੇ ਜਿਹੜੇ ਸੂਬੇਦਾਰ ਸਨ ਵਜ਼ੀਰ ਖਾਂ ਵਰਗੇ ਦੂਰ ਦੂਰ ਜਾ ਕੇ 3-3 ਮੀਲ ਦੂਰ ਡੇਰਾ ਲਾ ਕੇ ਬਹਿ ਗਏ ਹਨ। ਭਾਈ ਰਤਨ ਸਿੰਘ ਜੀ ਕਹਿੰਦੇ ਇੱਕ ਤਾਂ ਤੁਸੀਂ ਬਾਹਰਲਾ ਪ੍ਰਸੰਗ ਸੁਣਿਆ ਤੁਰਕਾਂ ਦਾ, ਪਰਬਤੀਆਂ ਦਾ, ਹੁਣ ਤੁਹਾਨੂੰ ਮੈਂ ਅੰਦਰ ਦੀ ਖਾਲਸੇ ਦੀ ਗੱਲ ਸੁਣਾਉਂਦਾ ਹਾਂ। ਜਦੋਂ ਸਿੰਘ ਅੰਦਰ ਪ੍ਰਵੇਸ਼ ਹੋਏ, ਉਹਨਾਂ ਪਾਸ ਛਕਣ ਵਾਸਤੇ ਕਿਸੇ ਪ੍ਰਕਾਰ ਦਾ ਕੋਈ ਅੰਨ ਨਹੀਂ ਸੀ। ਇਸ ਹਵੇਲੀ ਦੀਆਂ ਕੰਧਾਂ ਜਿਹੜੀਆਂ ਚਿਣੀਆਂ ਸਨ ਉਹ ਵੀ ਕੱਚੀਆਂ ਸਨ, ਬਹੁਤੀਆਂ ਚੰਗੀਆਂ ਨਹੀਂ ਸਨ, ਤੇ ਨਾ ਹੀ ਇਹਦੇ ਵਿੱਚ ਕਿਸੇ ਤਰ੍ਹਾਂ ਦੇ ਮੋਰਚੇ ਰੱਖੇ ਹੋਏ ਸਨ ਵੀ ਕਿਤੇ ਲੋੜ ਪਏ ਤੇ ਜੰਗ ਕਰ ਸਕੀਏ। ਇੱਥੇ ਤਾਂ ਬਸ ਇੰਨਾ ਸੀ ਵੀ ਸਿੱਧੇ ਕਰਕੇ ਹੀ ਸ਼ਸਤਰ ਜਿਹੜੇ ਸਨ ਉਹ ਚਲਾਣੇ ਪੈਂਦੇ ਸਨ। ਜੇ ਗੜ੍ਹੀ ਦੇ ਅੰਦਰੋਂ ਵਾਰ ਕਰਨਾ ਪੈਂਦਾ ਸੀ ਤੇ ਉੱਪਰ ਚੜ੍ਹ ਕੇ ਨਾ ਕੰਧ ਦੇ ਉੱਪਰਲੇ ਪਾਸਿਓਂ ਹੀ ਸਿੰਘਾਂ ਨੂੰ ਸ਼ਸਤਰ ਚਲਾਣੇ ਪੈਂਦੇ ਸਨ। ਉੱਥੇ ਕੋਈ ਕਿੰਗਰੀ ਆਦਿਕ ਵੀ ਨਹੀਂ ਸੀ ਵੀ ਕਿਤੇ ਬਹਿ ਕੇ ਸਿੰਘ ਆਪਣਾ ਸੀਸ ਬਚਾ ਲੈਣ, ਉਹਦੀ ਓਟ ਲੈ ਕੇ ਤੇ ਵੈਰੀਆਂ ਦੇ ਉੱਤੇ ਹਮਲਾ ਕਰ ਸਕਣ।
ਤੇ ਹਵੇਲੀ ਦੇ ਅੰਦਰ ਕੋਈ ਭੁੰਨਣ ਵਾਸਤੇ ਦਾਣਾ ਵੀ ਸਿੰਘਾਂ ਨੂੰ ਨਹੀਂ ਲੱਭਿਆ। ਹੈ ਤਾਂ ਕਦ ਮਿਲੇ ਖਾਣਾ। ਭਾਈ ਸਾਹਿਬ ਕਹਿੰਦੇ ਮੰਨ ਲਓ ਵੀ ਜੀ ਅੰਨ ਦਾਣੇ ਆਦਿਕ ਸਿੰਘਾਂ ਨੂੰ ਲੱਭ ਵੀ ਜਾਂਦੇ ਤੇ ਖਾਣ ਦਾ ਸਮਾਂ ਹੀ ਕੋਈ ਨਹੀਂ ਸੀ ਉਹਨਾਂ ਦੇ ਪਾਸ, ਕਿਉਂਕਿ ਵੈਰੀ ਚਾਰ ਚਫੇਰੇ ਤੋਂ ਚੜ੍ਹ ਕੇ ਆ ਗਏ ਸਨ ਦਾਰੂ ਸਿੱਕੋ ਗਇਓ ਮੁਕਾਈ। ਤੇ ਸਿੰਘਾਂ ਦੇ ਪਾਸ ਦਾਰੂ ਸਿੱਕਾ ਵੀ ਕਹਿੰਦੇ ਜਿਹੜਾ ਉਹ ਵੀ ਮੁੱਕ ਗਿਆ। ਮਹਾਰਾਜ ਜਦੋਂ ਗੜੀ ਦੇ ਅੰਦਰ ਪ੍ਰਵੇਸ਼ ਹੋਏ, ਰਾਤ ਦਾ ਸਮਾਂ ਸੀਗਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਕੁਝ ਸਿੰਘ ਸਾਨੂੰ ਨਾ ਸਮਾਂ ਕੱਢਿਆ, ਦਾਰੂ ਸਿੱਕਾ ਆਦਿਕ ਵੀ ਜਿਹੜਾ ਸੀ ਉਹ ਮੁੱਕ ਗਿਆ ਹੈ। ਤੇ ਨਾ ਹੀ ਬਹੁਤੇ ਜਿਹੜੇ ਤੀਰ ਸਨ ਉਹ ਸਿੰਘਾਂ ਦੇ ਪੱਥਿਆਂ ਦੇ ਵਿੱਚ ਰਹਿ ਗਏ ਹਨ। ਕੁਝ ਸਿੰਘ ਜ਼ਖਮੀ ਹੋਏ ਪਏ ਸਨ ਤੇ ਉਹਨਾਂ ਵਾਸਤੇ ਪੀਣ ਵਾਸਤੇ ਜਲ ਆਦਿਕ ਵੀ ਨਹੀਂ ਸੀ ਬਚਿਆ। ਇਹੋ ਜਿਹਾ ਔਖਾ ਸਮਾਂ, ਔਖੀ ਘੜੀ ਸਿੰਘਾਂ ਦੇ ਉੱਤੇ ਕਹਿੰਦੇ ਬਤੀਤ ਹੋਈ ਹੈ। ਸ਼ਸਤਰ ਚਲਾਉਂਦਿਆਂ ਚਲਾਉਂਦਿਆਂ ਸਿੰਘਾਂ ਦੀਆਂ ਬਾਹਾਂ ਥੱਕ ਗਈਆਂ। ਆਪ ਸੋਚੋ, ਪਹਿਲਾਂ ਆਨੰਦਪੁਰ ਸਾਹਿਬ ਜੰਗ ਕਰਦੇ ਰਹੇ, ਫਿਰ ਸਰਸਾ ਦੇ ਕੰਢੇ ਜੰਗ ਹੋਇਆ, ਉਥੋਂ ਲਗਾਤਾਰ ਚਲਦਿਆਂ ਚਲਦਿਆਂ ਚਮਕੌਰ ਸਾਹਿਬ ਆਏ, ਇੱਥੇ ਵੀ ਜੰਗ ਕਰ ਰਹੇ ਸਨ ਸਿੰਘ। ਉਹਨਾਂ ਦੀਆਂ ਬਾਹਾਂ ਥੱਕ ਗਈਆਂ ਹਨ ਸਿੰਘਾਂ ਦੀਆਂ ਜੰਗ ਕਰਦਿਆਂ ਹੋਇਆ। ਇੰਨੇ ਜ਼ਿਆਦਾ ਥੱਕ ਗਏ ਸਨ ਕਿ ਉਹਨਾਂ ਦੇ ਸਰੀਰ ਵਿੱਚ ਲੜਨ ਦੀ ਤਾਕਤ ਨਹੀਂ ਬਚੀ ਹੈ। ਪਰ ਉਹਨਾਂ ਸਿੰਘਾਂ ਦਾ ਸਿਦਕ ਇੰਨਾ ਜ਼ਿਆਦਾ ਸੀ, ਇੰਨਾ ਕੁਝ ਹੋਣ ਦੇ ਬਾਵਜੂਦ ਗੁਰੂ ਖਾਲਸੇ ਨੇ ਆਪਣਾ ਹੱਥ ਨਹੀਂ ਛੱਡਿਆ। ਉਹ ਤਿਆਰ ਬਰ ਤਿਆਰ ਸਨ ਕਿ ਜਦੋਂ ਵੀ ਵੈਰੀ ਆਏ ਤੇ ਉਹਨਾਂ ਨੂੰ ਮੈਦਾਨੇ ਜੰਗ ਵਿੱਚ ਸੋਧਾ ਲਾ ਦਿਆਂਗੇ। ਜਿਸ ਪਾਸੇ ਵੀ ਜ਼ੋਰ ਪੈਂਦਾ ਨਾ, ਫੌਜਾਂ ਚੜ੍ਹ ਕੇ ਆਉਂਦੀਆਂ ਨੇ, ਉਸੇ ਪਾਸੇ ਨੂੰ ਸਿੰਘ ਇਕੱਠੇ ਹੋ ਕੇ ਹਮਲਾ ਕਰ ਦਿੰਦੇ ਹਨ। ਸਤਿਗੁਰ ਸਿੰਘਨ ਕਹਿਓ ਗਇਓ ਦਾਰੂ ਸਿੱਕੋ ਮੁਕਾਏ। ਸਤਿਗੁਰ ਜੀ ਕਹਿਣ ਲੱਗੇ, ਸਿੰਘੋ ਦਾਰੂ ਸਿੱਕਾ ਖਤਮ ਹੋ ਗਿਆ, ਬਰੂਦ ਆਦਿਕ ਜਿਹੜਾ ਹੁਣ ਆਪਣੇ ਕੋਲੋਂ ਖਤਮ ਹੋ ਗਿਆ ਹੈ। ਹੁਣ ਤੁਸੀਂ ਹੱਥਾਂ ਵਿੱਚ ਤੇਗਾਂ ਪਕੜ ਲਓ ਤੇ ਤੇਗਾਂ ਪਕੜ ਕੇ ਤੇ ਹਵੇਲੀ ਦੇ ਚਾਰ ਚਫੇਰੇ ਜਾ ਕੇ ਵੈਰੀ ਨੂੰ ਸੋਧਾ ਲਾਵੋ। ਸਤਿਗੁਰੂ ਕਲਗੀਧਰ ਜੀ ਦੇ ਬਚਨ ਸਿੰਘਾਂ ਨੇ ਇਸ ਤਰ੍ਹਾਂ ਮੰਨ ਲਏ ਹਨ। ਇਸ ਤਰ੍ਹਾਂ ਸਿੰਘਾਂ ਨੇ ਵਿਚਾਰ ਵਟਾਂਦਰਾ ਕਰ ਲਿਆ ਕਿ ਪੰਜ ਸਿੰਘਾਂ ਦਾ ਜਿਹੜਾ ਜਥਾ ਹੈ ਉਹ ਆਪਾਂ ਲੈ ਕੇ ਇੱਥੋਂ ਬਾਹਰ ਨਿਕਲਾਂਗੇ ਤੇ ਜਾ ਕੇ ਵੈਰੀ ਦੇ ਨਾਲ ਜੰਗ ਕਰਾਂਗੇ। ਇਸ ਤਰ੍ਹਾਂ ਪੰਜ ਸਿੰਘਾਂ ਦਾ ਜਿਹੜਾ ਜਥਾ ਸੀ ਉਹ ਚਮਕੌਰ ਸਾਹਿਬ ਦੀ ਗੜੀ ਵਿੱਚੋਂ ਬਾਹਰ ਨਿਕਲਦਾ ਹੈ ਤੇ ਵੈਰੀ ਨਾਲ ਜੰਗ ਕਰਦਾ ਤੇ ਜੰਗ ਕਰਦਿਆਂ ਸ਼ਹਾਦਤ ਦਾ ਜਾਮ ਪੀ ਲੈਂਦੇ ਹਨ। ਇਹੋ ਜਿਹਾ ਵਰਤਾਰਾ ਚਮਕੌਰ ਦੀ ਗੜੀ ਦੇ ਵਿੱਚ ਵਰਤਿਆ ਹੈ। ਇਸ ਤਰ੍ਹਾਂ ਚਮਕੌਰ ਦੀ ਗੜੀ ਵਿੱਚੋਂ ਦਰਵਾਜ਼ਾ ਖੁੱਲਦਾ, ਪੰਜ ਸਿੰਘ ਨਿਕਲਦੇ ਬਿਜਲੀ ਵਾਂਗੂ ਵੈਰੀ ਦੇ ਵਿੱਚ ਧੱਸ ਜਾਂਦੇ ਨੇ। ਅਨੇਕਾਂ ਵੈਰੀਆਂ ਨੂੰ ਸੋਧਾ ਲਾ ਕੇ ਆਪ ਸ਼ਹਾਦਤ ਦਾ ਜਾਮ ਪੀ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਭੇਦ ਹੋ ਜਾਂਦੇ ਹਨ। ਸਤਿਗੁਰ ਜੀ ਭਲੀ ਪ੍ਰਕਾਰ ਜਾਣ ਗਏ ਵੀ ਸਿੰਘਾਂ ਦੀ ਗਿਣਤੀ ਬਹੁਤ ਥੋੜੀ ਰਹਿ ਗਈ ਹੈ। ਫਿਰ ਸਤਿਗੁਰਾਂ ਦਾ ਹੁਕਮ ਹੋਇਆ ਵੀ ਸਿੰਘੋ ਹਜੇ ਤੁਸੀਂ ਬਾਹਰ ਨਹੀਂ ਜਾਣਾ ਗੜੀ ਵਿੱਚੋਂ। ਆਪਣੇ ਹੱਥ ਦੇ ਵਿੱਚ ਤੇਗਾਂ ਫੜ ਲਓ ਤੇ ਤੇਗਾਂ ਫੜ ਕੇ ਤੁਸੀਂ ਚਮਕੌਰ ਦੀ ਗੜੀ ਦੇ ਅੰਦਰਲੇ ਪਾਸੇ ਖਲੋ ਜਾਓ, ਕੰਧਾਂ ਦੇ ਕੋਲ ਜਾ ਕੇ ਖਲੋ ਜਾਓ ਕਿ ਕੋਈ ਵੀ ਜਿਹੜਾ ਵੈਰੀ ਆ ਉਹ ਗੜੀ ਦੇ ਅੰਦਰ ਨਾ ਆ ਸਕੇ। ਇੱਧਰ ਜਿਹੜੇ ਤੁਰਕ ਸਨ ਉਹਨਾਂ ਨੇ ਇਸ ਗੱਲ ਨੂੰ ਜਾਣ ਲਿਆ ਵੀ ਸਿੰਘ ਲੱਗਦਾ ਥੋੜੇ ਜਿਹੇ ਰਹਿ ਗਏ ਨੇ ਜਾਂ ਫਿਰ ਖਤਮ ਹੋ ਗਏ ਹਨ ਤੇ ਇਹਨਾਂ ਦੇ ਕੋਲ ਦਾਰੂ ਸਿੱਕਾ ਵੀ ਖਤਮ ਹੋ ਗਿਆ ਹੈ ਤੇ ਬਹੁਤੇ ਸ਼ਸਤਰ ਆਦਿਕ ਵੀ ਇਹਨਾਂ ਦੇ ਪਾਸ ਬਚੇ ਨਹੀਂ ਹਨ। ਇਸ ਤਰ੍ਹਾਂ ਸਾਰੇ ਜਿਹੜੇ ਪਰਬਤੀ ਤੇ ਤੁਰਕ ਆਦਿਕ ਇਕੱਠੇ ਜਾਣਿਆਂ ਨੇ ਮਿਲ ਕੇ ਚਮਕੌਰ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਹੈ। ਚਾਰ ਚਫੇਰੇ ਤੋਂ ਰੌਲਾ ਮਚਾਉਂਦੇ ਹੋਏ, ਅਲੀਹੂ ਅਕਬਰ ਦੇ ਨਾਅਰੇ ਲਾਉਂਦੇ ਹੋਏ, ਯਾ ਅਲੀ ਦੇ ਨਾਅਰੇ ਲਾਉਂਦੇ ਹੋਏ ਚਮਕੌਰ ਦੀ ਗੜੀ ਨੂੰ ਵੱਧ ਗਏ ਤੇ ਗੜੀ ਥੋੜੀ ਜਿਹੀ ਉੱਚੀ ਜਗ੍ਹਾ ਤੇ ਸੀਗੀ।
ਤੇ ਇਸ ਕਰਕੇ ਉੱਪਰੋਂ ਸਿੰਘ ਵਾਰ ਕਰਦੇ ਸਨ ਤੇ ਇਹਨਾਂ ਨੂੰ ਵਾਰ ਕਰਨਾ ਬੜਾ ਔਖਾ ਹੁੰਦਾ ਸੀ ਦੂਰੋਂ। ਤੇ ਜਿੱਥੇ ਜਿੱਥੇ ਵੀ ਵੈਰੀ ਬੈਠੇ ਸਨ ਸਿੰਘ ਉੱਤੋਂ ਵਾਰ ਕਰਦੇ ਸਨ, ਇੱਕ ਗੋਲੀ ਨਾਲ ਫੜਕਾ ਦਿੰਦੇ ਸਨ, ਇੱਕ ਇੱਕ ਤੀਰ ਨਾਲ ਕਈ ਕਈ ਵੈਰੀ ਪਰੋ ਦਿੰਦੇ ਸਨ। ਇਸ ਤਰ੍ਹਾਂ ਉਹਨਾਂ ਨੇ ਵੇਖਿਆ ਵੀ ਇਹਨਾਂ ਕੋਲ ਦਾਰੂ ਸਿੱਕਾ ਦਾ ਖਤਮ ਹੋ ਗਿਆ ਤੇ ਚੱਲ ਕੇ ਹੁਣ ਹਮਲਾ ਕਰਦੇ ਹਾਂ। ਕੋਈ ਪਿਆਦੇ ਤੋਂ ਭਾਵ ਪੈਦਲ ਚੱਲਣ ਵਾਲੀ ਫੌਜ, ਕਈ ਅਸਵਾਰ ਸਨ, ਘੋੜਿਆਂ ਆਦਿਕ ਉੱਪਰ ਬੈਠੇ ਹੋਏ ਹਨ। ਇੱਕੋ ਵਾਰ ਜਦੋਂ ਫੌਜ ਚੜ੍ਹੀ ਹੈ ਤੇ ਘੋੜਾਂ ਦੇ ਪੌੜਾਂ ਦੇ ਨਾਲ, ਘੋੜਿਆਂ ਦੇ ਪੈਰਾਂ ਦੇ ਨਾਲ ਧੂੜ ਚੜ੍ਹ ਕੇ ਅਸਮਾਨ ਦੇ ਵਿੱਚ ਛਾ ਗਈ ਤੇ ਚਾਰ ਚੁਫੇਰੇ ਅੰਧ ਧੁੰਦ ਮੱਚ ਗਈ, ਅੰਧ ਗੁਬਾਰ ਮੱਚ ਗਿਆ ਹੈ। ਉਹਨਾਂ ਨੇ ਫਿਰ ਇੱਕ ਤਰੀਕਾ ਵਰਤ ਲਿਆ ਵੀ ਪੌੜੀ ਲਾ ਕੇ ਅੰਦਰ ਵੜ ਜਾਂਦੇ ਆ। ਉਹਨਾਂ ਨੇ ਪੌੜੀਆਂ ਲਾ ਲਈਆਂ ਤੇ ਉੱਪਰ ਚੜ੍ਹ ਕੇ ਜਦੋਂ ਉੱਪਰ ਕੰਧ ਨੂੰ ਹੱਥ ਪਾਇਆ ਗੜੀ ਦੇ ਅੰਦਰ ਵੜਨ ਵਾਸਤੇ, ਤੇ ਸਿੰਘਾਂ ਨੇ ਉਹਨਾਂ ਦੇ ਹੱਥ ਵੱਢਣੇ ਸ਼ੁਰੂ ਕਰ ਦਿੱਤੇ ਨੇ। ਹੱਥ ਵੱਢ ਦਿੰਦੇ ਨੇ ਤੇ ਚੁੱਕ ਕੇ ਧਰਤੀ ਤੇ ਸੁੱਟ ਦਿੰਦੇ ਹਨ। ਚਾਰ ਚਫੇਰੇ ਤੋਂ ਪੌੜੀਆਂ ਲਾ ਲਾ ਕੇ ਜਿਉਂ-ਜਿਉਂ ਵੈਰੀ ਗੜੀ ਦੇ ਅੰਦਰ ਵੜਨਾ ਚਾਹੁੰਦੇ ਨੇ ਤੇ ਸਿੰਘ ਉਹਨਾਂ ਦੇ ਹੱਥ ਆਦਿਕ ਵੱਢ ਦਿੰਦੇ ਨੇ ਤੇ ਧਰਤੀ ਤੇ ਸੁੱਟ ਦਿੰਦੇ ਹਨ। ਇਸ ਪ੍ਰਕਾਰ ਉਹਨਾਂ ਵੈਰੀਆਂ ਦਾ ਦਾ ਕੋਈ ਨਹੀਂ ਲੱਗਿਆ। ਬੜੇ ਯਤਨ ਕਰਦੇ ਨੇ ਕਿ ਇੱਕ ਵਾਰੀ ਗੜੀ ਦੇ ਅੰਦਰ ਵੜ ਜਾਈਏ, ਪਰ ਸਿੰਘਾਂ ਨੇ ਉਹਨਾਂ ਦਾ ਦਾ ਨਹੀਂ ਲੱਗਣ ਦਿੱਤਾ। ਜਿਹੜਾ ਵੀ ਚੜ੍ਹ ਕੇ ਆਉਂਦਾ ਹੱਥ ਵੱਢ ਕੇ ਧਰਤੀ ਤੇ ਸੁੱਟ ਦਿੰਦੇ ਹਨ। ਇਸ ਪ੍ਰਕਾਰ ਸਿੰਘਾਂ ਦੇ ਕੋਲ ਦਾਰੂ ਸਿੱਕਾ ਵੀ ਕਰੀਬਨ ਹੀ ਮੁੱਕ ਗਿਆ ਸੀਗਾ। ਕਿਸੇ ਕੋਲ ਇੱਕ ਗੋਲੀ ਤੇ ਕਿਸੇ ਕੋਲ ਦੋ ਗੋਲੀਆਂ ਰਹਿ ਗਈਆਂ ਸਨ। ਉਹਨਾਂ ਨੇ ਉਹ ਬੰਦੂਕਾਂ ਤਿਆਰ ਕਰਕੇ ਸਿੰਘਾਂ ਨੇ ਪਹਿਲਾਂ ਹੀ ਰੱਖੀਆਂ ਹੋਈਆਂ ਸਨ ਕਿ ਜਦੋਂ ਵੈਰੀ ਇਸ ਤਰ੍ਹਾਂ ਚੜ੍ਹ ਕੇ ਆਉਣਗੇ ਫਿਰ ਉਹਨਾਂ ਨੂੰ ਮਾਰਾਂਗੇ। ਤੇ ਜਦੋਂ ਹੁਣ ਉਹ ਪੌੜੀਆਂ ਦੇ ਰਾਹੀਂ ਉੱਪਰ ਨੂੰ ਚੜ੍ਹਦੇ ਨੇ ਤੇ ਸਿੰਘਾਂ ਨੇ ਉੱਤੋਂ ਉਹਨਾਂ ਨੂੰ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਰ੍ਹਾਂ ਸਿੰਘਾਂ ਨੇ ਇੱਕ ਇੱਕ ਗੋਲੀ ਨਾਲ ਦੋ ਦੋ ਤਿੰਨ ਤਿੰਨ ਝਟਕਾ ਦਿੱਤੇ ਵੈਰੀ। ਨਿਸ਼ਾਨਾ ਉਹਨਾਂ ਨੇ ਖਾਲੀ ਨਹੀਂ ਜਾਣ ਦਿੱਤਾ ਤੇ ਨਾ ਹੀ ਸਿੰਘਾਂ ਦਾ ਨਿਸ਼ਾਨਾ ਕਦੀ ਖਾਲੀ ਜਾਂਦਾ ਹੈ। ਤੇ ਸਤਿਗੁਰਾਂ ਦਾ ਹੁਕਮ ਸੀ ਕਿ ਵਾਰ ਨਹੀਂ ਖਾਲੀ ਜਾਣਾ ਚਾਹੀਦਾ ਤੇ ਜੇ ਇੱਕ ਗੋਲੀ ਚਲਾਉਣੀ ਹੈ ਤੇ ਲੱਗਣੀ ਜ਼ਰੂਰ ਚਾਹੀਦੀ ਹੈ। ਇੱਕ ਤੀਰ ਚਲਾਉਣਾ ਤੇ ਕਈਆਂ ਨੂੰ ਵਿੰਨ ਕੇ ਜ਼ਰੂਰ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਇੱਕ ਇੱਕ ਗੋਲੀ ਨਾਲ ਦੋ ਦੋ ਤਿੰਨ ਤਿੰਨ ਵੈਰੀ ਸਿੰਘਾਂ ਨੇ ਵਿੰਨ ਦਿੱਤੇ ਹਨ। ਇਸ ਤਰ੍ਹਾਂ ਗੜੀ ਦੇ ਚਾਰ ਚਫੇਰੇ ਤੁਰਕਾਂ ਦੇ ਢੇਰ ਲੱਗ ਗਏ, ਲੋਥਾਂ ਦੇ ਅੰਬਾਰ ਲੱਗ ਗਏ ਹਨ। ਸਾਹਿਬ ਜੀ ਜਫਰਨਾਮੇ ਵਿੱਚ ਲਿਖਦੇ ਨੇ ਲੋਥਾਂ ਦੇ ਅੰਬਾਰ ਇਦਾਂ ਲੱਗ ਗਏ ਮੰਨ ਲਓ ਜਿਵੇਂ ਸਵਰਗ ਨੂੰ ਪੌੜੀ ਲੱਗ ਗਈ ਹੋਵੇ। ਮਹਾਰਾਜ ਕਹਿੰਦੇ ਸਵਰਗ ਨੂੰ ਪੁਲ ਬਣ ਗਿਆ ਹੋਵੇ ਜਾਣ ਵਾਸਤੇ ਯੋਧਿਆਂ ਦੇ ਲਈ, ਇੰਨੇ ਅੰਬਾਰ ਸਿੰਘਾਂ ਨੇ ਵੈਰੀਆਂ ਦੇ ਲਾ ਦਿੱਤੇ ਹਨ। ਫਿਰ ਸਤਿਗੁਰਾਂ ਦੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ, ਵੈਸੇ ਥੋੜਾ ਜਿਹਾ ਇੱਥੇ ਭੁਲੇਖਾ ਲੱਗਿਆ ਲਿਖਾਰੀ ਨੂੰ ਲਿਖਣ ਵੇਲੇ, ਨਾਵਾਂ ਦਾ ਭੁਲੇਖਾ ਜ਼ਰੂਰ ਲਿਖਿਆ ਹੈ ਕਿਉਂਕਿ ਉਹਨਾਂ ਨੇ ਅੱਗੇ ਬਾਬਾ ਜੋਰਾਵਰ ਸਿੰਘ ਦਾ ਨਾਂ ਲਿਖ ਦਿੱਤਾ ਹੈ ਵੀ ਚਮਕੌਰ ਸਾਹਿਬ ਜੂਝੇ ਸੀ ਤੇ ਭਾਈ ਸੰਤੋਖ ਸਿੰਘ ਹਰਾਂ ਨੇ ਵੀ ਇਸੇ ਤਰ੍ਹਾਂ ਲਿਖਿਆ ਹੈ। ਪਰ ਸੱਚਾਈ ਇਹ ਹੈ ਕਿ ਇਹ ਨਾਂ ਸੀ ਬਾਬਾ ਅਜੀਤ ਸਿੰਘ ਜੀ ਦਾ, ਜਿਹੜੇ ਪਹਿਲਾਂ ਮੈਦਾਨੇ ਜੰਗ ਵਿੱਚ ਉਹ ਪ੍ਰਵੇਸ਼ ਹੋਏ ਨੇ। ਇਸ ਕਰਕੇ ਨਾਂ ਜਿਹੜੇ ਇੱਥੇ ਆਉਣਗੇ ਬਾਬਾ ਜੁਝਾਰ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਦੇ ਆਉਣਗੇ, ਪਰ ਅਸਲ ਵਿੱਚ ਪਹਿਲਾਂ ਬਾਬਾ ਅਜੀਤ ਸਿੰਘ ਜੀ ਗਏ ਸਨ ਜਿਨ੍ਹਾਂ ਦੇ ਨਾਂ ਤੇ ਜਗ੍ਹਾ ਤੇ ਬਾਬਾ ਜੁਝਾਰ ਸਿੰਘ ਦਾ ਨਾਂ ਲਿਖਿਆ ਗਿਆ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤਿਆਰ ਬਰ ਤਿਆਰ ਹੋਏ ਹਨ। ਉਹਨਾਂ ਨੇ ਆਖਿਆ ਵੀ ਹੁਣ ਇੱਥੇ ਜੀਵਨ ਦਾ ਕੋਈ ਲਾਭ ਨਹੀਂ ਤੇ ਨਾ ਹੀ ਯੋਧੇ ਦਾ ਸੰਸਾਰ ਵਿੱਚ ਜਿਉਣਾ ਕੋਈ ਵੱਡਾ ਧਰਮ ਹੁੰਦਾ, ਮਕਸਦ ਹੁੰਦਾ। ਕਿਉਂ? ਜਦੋਂ ਸਮਾਂ ਆਣ ਪਹੁੰਚਿਆ ਤੇ ਜੀਵਣਾ ਧਰਮ ਨਹੀਂ ਰਹਿ ਜਾਂਦਾ, ਫਿਰ ਜੂਝਣਾ ਹੀ ਸਾਡਾ ਧਰਮ ਬਣ ਜਾਂਦਾ ਹੈ। ਤੇ ਕਹਿੰਦੇ ਹਨ ਕਿ ਇੱਥੇ ਹੁਣ ਪੁੱਤਰ ਦਾ ਫਰਜ਼ ਬਣਦਾ, ਪੁੱਤਰ ਦਾ ਧਰਮ ਬਣਦਾ ਹੈ ਕਿ ਮੈਦਾਨੇ ਜੰਗ ਵਿੱਚ ਜੂਝ ਜਾਏ, ਕਿਉਂਕਿ ਸਾਹਿਬ ਜੀ ਨੇ ਹੁਕਮ ਕੀਤਾ ਸੀ ਸਿੰਘਾਂ ਨੂੰ ਵੀ ਅਸੀਂ ਜਾਵਾਂਗੇ ਮੈਦਾਨੇ ਜੰਗ ਵਿੱਚ ਜੂਝਾਂਗੇ। ਤੇ ਬਾਬਾ ਅਜੀਤ ਸਿੰਘ ਜੀ ਮਨ ਵਿੱਚ ਸੋਚਣ ਲੱਗੇ ਪੁੱਤਰ ਦੇ ਵੇਖਦਿਆਂ ਵੇਖਦਿਆਂ ਪਿਤਾ ਕਿਵੇਂ ਜੰਗ 'ਚ ਸ਼ਹੀਦ ਹੋ ਸਕਦਾ ਹੈ। ਇਸ ਕਰਕੇ ਮੇਰਾ ਧਰਮ, ਮੇਰਾ ਫਰਜ਼ ਬਣਦਾ ਹੈ ਕਿ ਮੈਂ ਮੈਦਾਨੇ ਜੰਗ ਵਿੱਚ ਜਾ ਕਰਕੇ ਜੂਝਣਾ ਕਰਾਂ।
ਉਹਨਾਂ ਨੇ ਮਨ ਵਿੱਚ ਇਹ ਵਿਚਾਰ ਕੀਤੀ, ਕਹਿੰਦੇ ਅਰਜਨ ਦਾ ਜਿਹੜਾ ਪੁੱਤਰ ਅਭਿਮਨਿਊ ਸੀਗਾ ਉਹ ਆਪਣੇ ਪਿਤਾ ਦੇ ਜਿਉਂਦਿਆਂ ਜਿਉਂਦਿਆਂ ਮੈਦਾਨੇ ਜੰਗ ਵਿੱਚ ਮਾਰਿਆ ਗਿਆ ਸੀ। ਨਾਦ ਹੋਇਓ ਰਾਵਣ ਥੀਵਤ। ਰਾਵਣ ਦੇ ਜਿਉਂਦਿਆਂ ਉਹਦਾ ਪੁੱਤਰ ਜਿਹੜਾ ਮੇਘਨਾਦ ਸੀਗਾ ਉਹ ਮੈਦਾਨੇ ਜੰਗ ਦੇ ਵਿੱਚ ਜਾ ਕਰਕੇ ਸ਼ਹਾਦਤ ਦੀ ਪ੍ਰਾਪਤੀ ਕਰ ਗਿਆ, ਜੂਝ ਗਿਆ, ਮਾਰਿਆ ਗਿਆ। ਮੇਘਨਾਦ ਕੁੰਭਕਰਨ ਨਾ ਸੁਣੇ ਹੋਣੇ ਤੁਸੀਂ। ਕੁੰਭਕਰਨ, ਕੁੰਭ ਕਿਹਨੂੰ ਕਹਿੰਦੇ? ਘੜੇ ਨੂੰ। ਕਰਨ ਕਹਿੰਦੇ ਕੰਨ ਨੂੰ। ਜਿਹਦੇ ਕੰਨ ਘੜੇ ਦੇ ਵਾਂਗੂ ਸਨ ਵੱਡੇ ਵੱਡੇ, ਉਹਨੂੰ ਕਹਿੰਦੇ ਸਨ ਕੁੰਭਕਰਨ। ਮੇਘਨਾਦ, ਮੇਘ ਨਾਮ ਹੈ ਬੱਦਲ ਦਾ, ਨਾਦ ਨਾਮ ਹੁੰਦਾ ਆਵਾਜ਼ ਦਾ। ਜਿਹੜਾ ਗਰਜਦਾ ਸੀ ਬੱਦਲ ਦੀ ਆਵਾਜ਼ ਵਾਂਗੂ, ਉਹਨੂੰ ਕਹਿੰਦੇ ਸਨ ਮੇਘਨਾਦ। ਇਹ ਰਾਵਣ ਦੇ ਦੋ ਪੁੱਤਰ ਸਨ। ਇਸ ਪ੍ਰਕਾਰ ਸਾਧ ਸੰਗਤ ਜੀ ਕਹਿੰਦੇ ਜਿਸ ਪ੍ਰਕਾਰ ਰਾਵਣ ਦੇ ਜਿਉਂਦਿਆਂ ਜੀ ਮੇਘਨਾਦ ਮੈਦਾਨੇ ਜੰਗ ਵਿੱਚ ਜਾ ਕੇ ਮਾਰਿਆ ਗਿਆ ਹੈ। ਬਾਬਾ ਅਜੀਤ ਸਿੰਘ ਜੀ ਕਹਿੰਦੇ ਛਤਰੀਆਂ ਦੀ ਰੀਤ ਹੈ, ਯੋਧਿਆਂ ਦੀ ਇਹੀ ਰੀਤ ਹੈ। ਤੇ ਹੁਣ ਅਸੀਂ ਆਪਣੇ ਪਿਤਾ ਜੀ ਦੇ ਸਨਮੁਖ ਮੈਦਾਨੇ ਜੰਗ ਵਿੱਚ ਜਾਵਾਂਗੇ ਤੇ ਪ੍ਰਾਣਾਂ ਦੀ ਆਹੂਤੀ ਦੇ ਦੇਵਾਂਗੇ। ਸ਼ਹਾਦਤ ਦਾ ਜਿਹੜਾ ਜਾਮ ਹੈ ਅਸੀਂ ਇਹ ਪ੍ਰਾਪਤ ਕਰ ਲਵਾਂਗੇ। ਇਸ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਉਹਨਾਂ ਨੇ ਮੈਦਾਨੇ ਜੰਗ ਵਿੱਚ ਜਾ ਕੇ ਜੂਝਣ ਦੀ ਜਿਹੜੀ ਇੱਛਾ ਹੈ ਉਹ ਪ੍ਰਗਟ ਕੀਤੀ ਹੈ। ਬਾਬਾ ਅਜੀਤ ਸਿੰਘ ਜੀ ਮਾਤਾ ਸੁੰਦਰੀ ਜੀ ਦੇ ਸੁਪੁੱਤਰ ਸਨ। ਇਹ ਤੁਹਾਡੀ ਗਿਆਨ ਦੇ ਵਿੱਚ ਵਾਧਾ ਕਰਨ ਵਾਸਤੇ ਬੇਨਤੀ ਕਰਦੇ ਹਾਂ। ਮਾਤਾ ਸੁੰਦਰੀ ਜੀ ਦੇ ਸੁਪੁੱਤਰ ਸਨ ਬਾਬਾ ਅਜੀਤ ਸਿੰਘ ਜੀ। ਮਾਤਾ ਸੁੰਦਰੀ ਜੀ ਮਹਾਰਾਜ ਦੇ ਦੂਸਰੇ ਛੋਟੇ ਮਹਿਲ ਸਨ। ਵੱਡੇ ਮਾਤਾ ਜੀਤੋ ਜੀ ਸਨ, ਉਹਨਾਂ ਦੇ ਘਰ ਵਿੱਚ ਸੰਤਾਨ ਨਹੀਂ ਸੀ। ਮਾਤਾ ਸੁੰਦਰੀ ਜੀ ਨਾਲ ਜਦੋਂ ਸਤਿਗੁਰਾਂ ਦੇ ਆਨੰਦ ਕਾਰਜ ਹੋਏ ਤੇ ਬਾਬਾ ਅਜੀਤ ਸਿੰਘ ਜੀ ਨੇ ਜਨਮ ਲਿਆ ਤੇ ਬਾਅਦ ਵਿੱਚ ਮਾਤਾ ਜੀਤੋ ਜੀ ਨੇ ਅਰਦਾਸ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ, ਮਹਾਰਾਜ ਕਿਰਪਾ ਕਰੋ, ਜਿੱਥੇ ਸਾਰੇ ਸੰਸਾਰ ਨੂੰ ਵਰ ਬਖਸ਼ਦੇ ਹੋ, ਸਾਡੇ ਤੇ ਮਿਹਰਮਤ ਕਰੋ। ਮੇਰੇ ਮਨ ਵਿੱਚ ਵੀ ਇੱਛਾ ਹੈ ਕਿ ਮੇਰੇ ਘਰ ਪੁੱਤਰ ਹੋਵਣ। ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਵਰ ਦਿੱਤਾ ਤੇ 3 ਸਪੁੱਤਰ ਜਿਹੜੇ ਸਨ ਉਹ ਮਾਤਾ ਜੀਤੋ ਜੀ ਦੇ ਸਨ। ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਉਹ ਛੋਟੇ ਸਨ ਤੇ ਬਾਬਾ ਅਜੀਤ ਸਿੰਘ ਜੀ ਵੱਡੇ ਸਨ। ਤੇ ਮਾਤਾ ਸਾਹਿਬ ਦੇਵਾਂ ਜੀ ਉਹ ਤੀਸਰੇ ਮਹਿਲ ਸਨ। ਉਹਨਾਂ ਨਾਲ ਗੁਰੂ ਸਾਹਿਬ ਨੇ ਆਨੰਦ ਕਾਰਜ ਨਹੀਂ ਸਨ ਕਰਵਾਏ, ਕਿਉਂਕਿ ਬਚਪਨ ਦੇ ਵਿੱਚ ਉਹਨਾਂ ਦੇ ਪਿਤਾ ਜੀ ਉਹਨਾਂ ਦਾ ਇਹ ਮਨ ਦਾ ਚਾਅ ਸੀਗਾ ਕਿ ਗੁਰੂ ਸਾਹਿਬ ਜੀ ਨਾਲ ਮੈਂ ਆਪਣੀ ਬੇਟੀ ਦਾ ਵਿਆਹ ਕਰਨਾ ਹੈ। ਪਰ ਜਦੋਂ ਸਤਿਗੁਰੂ ਜੀ ਦੇ ਪਾਸ ਮਾਤਾ ਸਾਹਿਬ ਕੌਰ ਜੀ ਨੂੰ ਲੈ ਕੇ ਆਏ, ਹਜ਼ੂਰ ਨੂੰ ਅਰਦਾਸ ਕੀਤੀ, ਸਤਿਗੁਰੂ ਕਹਿੰਦੇ ਨਹੀਂ ਭਾਈ, ਅਸੀਂ ਗ੍ਰਸਥ ਧਰਮ ਤਿਆਗ ਦਿੱਤਾ ਹੈ। ਤੇ ਕਹਿੰਦੇ ਸਤਿਗੁਰੂ ਜੀ ਬਚਪਨ ਤੋਂ ਹੀ ਲੋਕ ਇਹਨੂੰ ਗੁਰੂ ਮਾਤਾ ਕਹਿੰਦੇ ਨੇ, ਬਚਪਨ ਤੋਂ, ਤੇ ਮੇਰੀ ਇੱਛਾ ਹੈ ਕਿਰਪਾ ਕਰੋ ਹੁਣ ਇਹ ਡੋਲਾ ਕਬੂਲ ਕਰੋ। ਸਤਿਗੁਰੂ ਕਹਿੰਦੇ ਭਾਈ ਉਂਝੇ ਗੁਰੂ ਘਰ 'ਚ ਰਹਿਣਾ, ਇਹ ਰਹਿ ਸਕਦੇ ਹਨ ਤੇ ਖਾਲਸਾ ਅਸੀਂ ਇਹਨਾਂ ਦੀ ਝੋਲੀ 'ਚ ਪਾ ਦੇਵਾਂਗੇ। ਮਹਾਰਾਜ ਨੇ ਖਾਲਸਾ ਪੰਥ ਉਹਨਾਂ ਦੀ ਝੋਲੀ 'ਚ ਪਾਇਆ ਮਾਤਾ ਸਾਹਿਬ ਕੌਰ ਜੀ ਦੇ। ਤੇ ਮਾਤਾ ਸਾਹਿਬ ਕੌਰ ਜੀ ਖਾਲਸੇ ਦੇ ਮਾਤਾ ਨੇ, ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਵੀ ਇਹ ਰਹਿ ਸਕਦੇ ਨੇ ਗੁਰੂ ਘਰ ਦੇ ਵਿੱਚ, ਪਰ ਗ੍ਰਸਥ ਮਾਰਗ ਅਸੀਂ ਤਿਆਗ ਦਿੱਤਾ। ਮਹਾਰਾਜ ਨੇ ਆਨੰਦ ਕਾਰਜ ਨਹੀਂ ਸਨ ਕਰਵਾਏ ਤੇ ਮਾਤਾ ਜੀ ਇਸ ਤਰ੍ਹਾਂ ਰਹਿੰਦੇ ਸਨ। ਮਾਤਾ ਕੌਲਾਂ ਜੀ ਨੂੰ ਜਿਵੇਂ 6ਵੇਂ ਪਾਤਸ਼ਾਹ ਲੈ ਕੇ ਆਏ, ਉਹ ਵੀ ਗੁਰੂ ਘਰ ਵਿੱਚ ਰਹਿੰਦੇ ਸਨ। ਉਹਨਾਂ ਦਾ ਪਿਤਾ ਕਾਜੀ ਉਹਨਾਂ ਨੂੰ ਮਾਰਦਾ ਕੁੱਟਦਾ ਸੀਗਾ। ਇਸ ਕਰਕੇ ਸਤਿਗੁਰੂ ਜੀ ਮਾਤਾ ਕੌਲਾਂ ਨੂੰ ਲੈ ਕੇ ਆਏ ਉਹਨਾਂ ਨੂੰ। ਤੇ ਜਦੋਂ ਮਾਤਾ ਕੌਲਾਂ ਜੀ ਨੂੰ ਲੈ ਕੇ ਆਏ, ਉੱਥੇ ਉਹ ਕੁਝ ਸਮਾਂ ਰਹੇ ਤੇ ਉਹਨਾਂ ਨੇ ਅਰਦਾਸ ਕੀਤੀ, ਮਹਾਰਾਜ ਮੇਰਾ ਨਾਂ ਰਹਿ ਜਾਏ। ਤੇ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਨਾਮ ਤੇ ਕੌਲਸਰ ਸਰੋਵਰ ਬਣਾ ਦਿੱਤਾ। ਜਿੱਥੇ ਬਾਬਾ ਟਲ ਰਾਏ ਜੀ ਦਾ ਬੁੰਗਾ ਹੈ, ਉੱਥੇ ਕੌਲਸਰ ਸਾਹਿਬ ਸਰੋਵਰ ਹੈ, ਉਹ ਮਾਤਾ ਕੌਲਾਂ ਜੀ ਦੇ ਨਾਮ ਬਣਾਇਆ। ਉਹਨਾਂ ਦੇ ਮਹਿਲ ਸਨ ਗੁਰੂ ਸਾਹਿਬ ਦੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਉਹਨਾਂ ਦੀ ਭਾਵਨਾ ਜਾਣ ਕੇ ਲੈ ਕੇ ਆਏ। ਤੇ ਸਾਧ ਸੰਗਤ ਜੀ ਇਸੇ ਪ੍ਰਕਾਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ 3 ਆਨੰਦ ਕਾਰਜ ਸਨ। ਵੱਡੇ ਜਿਹੜੇ ਸਨ ਇਸੇ ਤਰ੍ਹਾਂ ਮਾਤਾ ਦਮੋਦਰੀ ਜੀ, ਮਾਤਾ ਮਰਵਾਈ ਜੀ, ਤੇ ਸਭ ਤੋਂ ਛੋਟੇ ਸਨ ਮਾਤਾ ਨਾਨਕੀ ਜੀ, ਜਿਨ੍ਹਾਂ ਦੇ ਗ੍ਰਹਿ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ ਸੀਗਾ। ਸੋ ਇਸ ਪ੍ਰਕਾਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਨੰਦ ਕਾਰਜ 2 ਸਨ, ਪਰ ਉਹਨਾਂ ਦੇ ਮਹਿਲ 3 ਸਨ। ਮਾਤਾ ਸਾਹਿਬ ਕੌਰ ਦੇ ਨਾਲ ਆਨੰਦ ਕਾਰਜ ਨਹੀਂ ਸੀ ਕਰਵਾਇਆ ਗੁਰੂ ਸਾਹਿਬ ਨੇ। ਹੁਕਮ ਹੋਇਆ ਸੀ ਉਂਝ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾ ਤੁਸੀਂ ਕਰ ਸਕਦੇ ਹੋ। ਸੋ ਸਾਧ ਸੰਗਤ ਜੀ ਮਾਤਾ ਸਾਹਿਬ ਕੌਰ ਖਾਲਸੇ ਦੇ ਮਾਤਾ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਖਾਲਸਾ ਉਹਨਾਂ ਦੀ ਝੋਲੀ ਦੇ ਵਿੱਚ ਪਾ ਦਿੱਤਾ। ਸੋ ਸਾਧ ਸੰਗਤ ਜੀ ਮਾਤਾ
ਸੁੰਦਰੀ ਜੀ ਉਹਨਾਂ ਦੇ ਸੁਪੁੱਤਰ ਬਾਬਾ ਅਜੀਤ ਸਿੰਘ ਜੀ ਤੇ ਮਾਤਾ ਜੀਤੋ ਜੀ, ਉਹਨਾਂ ਦੇ 3 ਸੁਪੁੱਤਰ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਪਰ 3-4 ਪੁੱਤਰਾਂ ਦੇ ਨਾਲ ਇੱਕੋ ਜਿਹਾ ਪ੍ਰੇਮ ਕਰਦੇ ਸਨ ਮਾਤਾ ਜੀ। ਮਾਤਾ ਜੀਤੋ ਜੀ ਆਨੰਦਪੁਰ ਸਾਹਿਬ ਉਹਨਾਂ ਸਰੀਰ ਤਿਆਗ ਦਿੱਤਾ ਸੀਗਾ ਜਦੋਂ ਉਹਨਾਂ ਨੂੰ ਸਾਰਾ ਵਰਤਾਰਾ ਜਿਹੜਾ ਪਤਾ ਲੱਗਿਆ। ਤੇ ਉਸ ਤੋਂ ਬਾਅਦ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ, ਉਹਨਾਂ ਨੇ ਆਖਿਆ ਨਾ ਵੀ ਪੁੱਤਰ ਦਾ ਵਿਆਹ ਕਰ ਦਈਏ। ਤੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਇਹਨਾਂ ਦਾ ਵਿਆਹ ਇਸ ਤਰ੍ਹਾਂ ਨਹੀਂ, ਇਹਨਾਂ ਦਾ ਵਿਆਹ ਕਰਾਂਗੇ ਤੇ ਮੌਤ ਦੀ ਘੋੜੀ ਇਸੇ ਪ੍ਰਕਾਰ ਮੇਰੇ ਪੁੱਤਰ ਚੜਨਗੇ। ਤੇ ਮਾਤਾ ਜੀ ਕਹਿੰਦੇ ਸਤਿਗੁਰੂ ਇਹ ਵਰਤਾਰਾ ਫਿਰ ਮੈਂ ਨਹੀਂ ਵੇਖਣਾ ਚਾਹੁੰਦੀ। ਮਾਤਾ ਜੀਤੋ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ। ਉਸ ਤੋਂ ਬਾਅਦ ਮਾਤਾ ਸੁੰਦਰੀ ਜੀ 4 ਸਾਹਿਬਜ਼ਾਦਿਆਂ ਨੂੰ ਉਨਾ ਹੀ ਪ੍ਰੇਮ ਕਰਦੇ ਸਨ ਜਿਵੇਂ ਉਹਨਾਂ ਦਾ ਪ੍ਰੇਮ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਸੀਗਾ। ਅੱਗੇ ਕਥਾ ਆਵੇਗੀ ਜਦੋਂ ਦਮਦਮਾ ਸਾਹਿਬ ਮਹਾਰਾਜ ਗਏ ਤੇ ਉਹ 4 ਚੁਫੇਰੇ ਦਿੱਲੀ ਤੋਂ ਜਦੋਂ ਆਏ ਨਾ ਮਾਤਾ ਜੀ ਵੀ ਮੈਂ 4 ਸਾਹਿਬਜ਼ਾਦਿਆਂ ਨੂੰ ਵੇਖਾਂਗੀ। ਤੇ ਜਦੋਂ ਸਤਿਗੁਰਾਂ ਦੇ ਦਰਬਾਰ ਵਿੱਚ ਪ੍ਰਵੇਸ਼ ਹੋਏ, ਨਮਸਕਾਰ ਕੀਤੇ ਤੇ 4 ਚੁਫੇਰੇ ਝਾਤੀ ਮਾਰਦੇ ਨੇ ਵੀ ਸਾਹਿਬਜ਼ਾਦੇ ਕਿੱਥੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਸੁੰਦਰੀ ਜੀ ਕੀ ਲੱਭਦੇ ਹੋ? ਮਹਾਰਾਜ ਸਾਹਿਬਜ਼ਾਦੇ ਵੇਖਦੀ ਆ। ਸਤਿਗੁਰੂ ਕਹਿੰਦੇ ਆ ਸਾਹਿਬਜ਼ਾਦੇ ਹੀ ਬੈਠੇ ਨੇ ਸਾਰੇ, ਇਹ ਸਾਹਿਬਜ਼ਾਦੇ ਨੇ। ਮਾਤਾ ਸਾਹਿਬ ਕੌਰ ਵੀ ਵੇਖਣ ਵੀ ਸਾਹਿਬਜ਼ਾਦੇ ਕਿੱਥੇ ਗਏ। ਮਹਾਰਾਜ ਕਹਿੰਦੇ ਉਹ ਤਾਂ ਅਕਾਲ ਪੁਰਖ ਦੀ ਇਮਾਨਤ ਅਕਾਲ ਪੁਰਖ ਨੂੰ ਸੌਂਪ ਦਿੱਤੀ ਹੈ, ਪਰ ਯਾਦ ਰੱਖਿਓ ਇਹ ਸਾਰਾ ਪੰਥ ਤੁਹਾਡਾ ਪੁੱਤਰ ਹੈ। ਤੁਸੀਂ 4 ਦੀ ਗੱਲ ਕਰਦੇ ਹੋ, ਇਹ ਤਾਂ ਸਾਰਾ ਪੰਥ ਮੈਂ ਲੱਖਾਂ ਕਰੋੜਾਂ ਪੁੱਤਰ ਤੁਹਾਡੀ ਝੋਲੀ ਵਿੱਚ ਪਾ ਦਿੱਤੇ ਨੇ, ਤੁਹਾਡੇ ਪੁੱਤਰ ਨੇ। ਇਹਨਾਂ ਵਿੱਚ ਬਾਬਾ ਅਜੀਤ ਸਿੰਘ ਵਿੱਚ ਫਰਕ ਕੋਈ ਨਹੀਂਗਾ। ਐਡਾ ਮਾਣ ਗੁਰੂ ਸਾਹਿਬ ਨੇ ਖਾਲਸੇ ਨੂੰ ਬਖਸ਼ਿਆ। ਸੋ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਜਿਸ ਤਰ੍ਹਾਂ ਚਮਕੌਰ ਸਾਹਿਬ ਦੀ ਗੜੀ ਤੋਂ ਬਾਹਰ ਨਿਕਲ ਕੇ ਵੈਰੀਆਂ ਨਾਲ ਜੰਗ ਕਰਨਗੇ, 3-3 ਮੀਲ ਤੱਕ ਖਾਲੀ ਕਰ ਦਿੱਤੇ ਸਨ ਵੈਰੀ ਉਹਨਾਂ ਨੇ ਜੰਗ ਕਰਦਿਆਂ ਹੋਇਆਂ। ਏਡੇ ਯੋਧੇ ਸਨ, 3-3 ਮੀਲ ਤੱਕ ਵੈਰੀ ਵਿਛਾ ਦਿੱਤੇ ਉਹਨਾਂ ਸਿੰਘਾਂ ਨੇ। ਤੇ ਆਪਾਂ ਕੱਲ ਉਹਨਾਂ ਦਾ ਪ੍ਰਕਰਮ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਅਗਾਧ ਬੋਧ ਹੈ। ਵਿਚਾਰਾਂ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਦੇ ਸੇਵਕ ਜਾਣ ਕਰਕੇ ਖਿਮਾ ਕਰਨੀ ਜੀ। ਸਤਿਗੁਰੂ ਕਿਰਪਾ ਕਰਨ। ਇੱਕ ਬੇਨਤੀ ਜ਼ਰੂਰ ਹੈ ਸਾਰੇ ਸਿੰਘਾਂ ਨੂੰ, ਨੌਜਵਾਨਾਂ ਨੂੰ, ਭਾਈ ਜਿਵੇਂ ਫੋਨ ਫੜ ਕੇ ਆਪਾਂ ਧਿਆਨ ਲਾ ਕੇ ਫੋਨ ਦੇ ਵਿੱਚ ਗੇਮ ਖੇਡਦੇ ਆ ਨਾ, ਅੱਜ ਕੱਲ੍ਹ ਤਾਂ PUBG ਦੇ ਪਿੱਛੇ ਪਏ ਹੋਇਆ ਵੀ ਕਿਤੇ ਕੋਈ ਲੰਘ ਨਾ ਜਾਏ। ਤੇ ਇਹਨਾਂ ਧਿਆਨ ਗੁਰੂ ਦੇ ਇਤਿਹਾਸ ਵਿੱਚ ਵੀ ਰੱਖਿਆ ਕਰੋ। ਇਹੋ ਜਿਹੀ ਸੁਰਤ ਗੁਰੂ ਦੇ ਚਰਨਾਂ ਵਿੱਚ ਵੀ ਜੋੜਿਆ ਕਰੋ। ਇੰਨੀ ਸੁਰਤ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਜੋੜੋ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜੋੜੋ, ਜਿਨ੍ਹਾਂ ਦੇ ਯਾਦ ਕਰਦੇ ਹਾਂ ਇੱਕ ਛਿਨ ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਵਿੱਚ ਨਾ ਆਇਓ। ਜਿਨ੍ਹਾਂ ਨੇ ਇੱਕ ਛਿਨ ਮਾਤਰ ਵੀ ਚਿੱਤ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਧਿਆ ਲਿਆ, ਕਾਲ ਦੀਆਂ ਫਾਹੀਆਂ ਦੇ ਵਿੱਚ ਨਹੀਂ ਆਉਂਦਾ, ਮਹਾਰਾਜ ਉਹਦਾ ਜੰਮਣਾ ਮਰਨਾ ਮੁਕਾ ਦਿੰਦੇ ਨੇ। ਇਕਾਗਰ ਬਿਰਤੀ ਇਕਾਗਰ ਚਿੱਤ ਕਰਕੇ ਗੁਰੂ ਸਾਹਿਬ ਨੂੰ ਧਿਆ ਕੇ ਤੇ ਪ੍ਰੇਮ ਨਾਲ ਗੁਰੂ ਕਾ ਇਤਿਹਾਸ ਸਰਵਣ ਕਰਿਆ ਕਰੋ। ਇਹ ਲਾਹਾ ਸਤਿਗੁਰੂ ਮਹਾਰਾਜ ਧੁਰ ਦਰਗਾਹ ਤੱਕ ਸਾਡੇ ਨਾਲ ਜਾਏਗਾ ਤੇ ਸਫਲਾ ਕਰਨਗੇ ਸਾਡਾ ਇਹ ਸਮਾਂ। ਗੁਰੂ ਕਿਰਪਾ ਕਰਨ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾ। ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ ਧਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।